फ्रेंड्स ਅੱਜ ਦਾ ਸਾਡਾ ਟੌਪਿਕ ਹੈ ਆਈਗਨ ਵੈਲਿਊਜ਼ ਐਂਡ ਆਈਗਨ ਵੈਕਟਰਸ ਨਾਲ ਰਿਲੇਟਡ। ਇਸ ਤੋਂ ਪਹਿਲਾਂ ਦੀ ਵੀਡੀਓ ਦੇ ਵਿੱਚ ਅਸੀਂ ਰੈਂਕ ਆਫ ਮੈਟ੍ਰਿਕਸ ਬਾਰੇ ਡਿਸਕਸ ਕੀਤਾ ਸੀ। ਸੋ ਅੱਜ ਅਸੀਂ ਕਰਾਂਗੇ ਆਈਗਨ ਵੈਲਿਊਜ਼ ਐਂਡ ਆਈਗਨ ਵੈਕਟਰਸ। ਪਹਿਲਾਂ ਅਸੀਂ ਆਈਗਨ ਵੈਲਿਊਜ਼ ਨੂੰ ਡਿਫਾਈਨ ਕਰਾਂਗੇ, ਫਿਰ ਆਈਗਨ ਵੈਲਿਊਜ਼ ਨਾਲ ਰਿਲੇਟਡ ਇਹਦੀਆਂ ਕੁਝ ਐਗਜ਼ਾਮਪਲਸ ਕਰਾਂਗੇ ਤੇ ਫਿਰ ਆਈਗਨ ਵੈਕਟਰਸ ਬਾਰੇ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਆਈਗਨ ਵੈਲਿਊਜ਼ ਨੂੰ ਡਿਫਾਈਨ ਕਰਦੇ ਹਾਂ। ਆਈਗਨ ਵੈਲਿਊ ਕੀ ਹੁੰਦੀ ਹੈ ਕਿਸੇ ਵੀ ਮੈਟ੍ਰਿਕਸ ਦੀ। ਲੈਟ ਕਰ ਲਓ ਇਹ ਕੋਈ ਆਪਣੇ ਕੋਲੇ ਸਕੁਅਰ ਮੈਟ੍ਰਿਕਸ ਹੈ, ਠੀਕ ਹੈ, ਆਰਡਰ n ਦਾ। ਕਿਸੇ ਵੀ ਰੀਅਲ ਨੰਬਰ ਲੈਮਡਾ ਨੂੰ ਅਸੀਂ ਆਈਗਨ ਵੈਲਿਊ a ਦੀ ਉਦੋਂ ਕਹਾਂਗੇ ਜਦੋਂ ਸਾਡੇ ਕੋਲੇ ਇੱਕ ਨੌਨ ਜ਼ੀਰੋ n×1 ਦਾ ਕਾਲਮ ਮੈਟ੍ਰਿਕਸ ਐਗਜ਼ਿਸਟ ਕਰ ਜੇ ਸੱਚ ਦੈਟ ax ਇਕੁਅਲ ਟੂ ਕੀ ਲਿਖ ਸਕਾਂ ਉਸ ਨੂੰ ਮੈਂ ਲੈਮਡਾ x। ਤਾਂ ਇਸ ਨੂੰ ਸਮਝਣ ਲਈ ਅਸੀਂ ਦੇਖ ਲੈਂਦੇ ਹਾਂ। ਦੇਖੋ a ਕੋਈ ਆਪਣੇ ਕੋਲ ਹੈਗਾ ਸਕੁਅਰ ਮੈਟ੍ਰਿਕਸ, ਠੀਕ ਹੈ। ਪਹਿਲੀ ਗੱਲ, ਕੋਈ ਵੀ ਆਈਗਨ ਵੈਲਿਊ ਦਾ ਕਨਸੈਪਟ ਆ ਉਹ ਸਿਰਫ ਸਕੁਅਰ ਮੈਟ੍ਰਿਕਸ 'ਚ ਹੀ ਪੋਸੀਬਲ ਹੈ। ਅਗਰ ਕੋਈ ਇਹ ਚੀਜ਼ ਕਹੇ ਵੀ 3×4 ਦੀਆਂ ਆਈਗਨ ਵੈਲਿਊਜ਼ ਕੱਢੋ ਤੇ ਇਹ ਪੋਸੀਬਲ ਨਹੀਂ ਹੈ। ਤਾਂ ਸਕੁਅਰ ਮੈਟ੍ਰਿਕਸ ਦੀਆਂ ਹੀ ਆਈਗਨ ਵੈਲਿਊਜ਼ ਆਪਾਂ ਨਿਕਾਲ ਸਕਦੇ ਹਾਂ, ਠੀਕ ਹੈ। ਤਾਂ ਲੈਮਡਾ ਕੋਈ ਰੀਅਲ ਨੰਬਰ ਹੈ, ਇਸ ਨੂੰ a ਦੀ ਆਈਗਨ ਵੈਲਿਊ ਉਦੋਂ ਆਖਾਂਗੇ ਜਦੋਂ ਇੱਕ x ਐਗਜ਼ਿਸਟ ਕਰ ਜੇ, ਠੀਕ ਹੈ, ਕਾਲਮ ਮੈਟ੍ਰਿਕਸ n×1 ਦਾ ਸੱਚ ਦੈਟ ax ਨੂੰ ਕੀ ਲਿਖ ਸਕਾਂ ਮੈਂ ਲੈਮਡਾ x। ਤੇ ਇਹਦੇ ਵਿੱਚ ਇੱਕ ਗੱਲ ਤਾਂ ਇਹ ਆ ਵੀ ਜੋ x ਹੋਏਗਾ, ਠੀਕ ਹੈ, ਉਹ ਨੌਨ ਜ਼ੀਰੋ ਹੋਣਾ ਚਾਹੀਦਾ, ਕਿਉਂਕਿ ਜੇ x ਜ਼ੀਰੋ ਹੀ ਹੋ ਗਿਆ ਫਿਰ ਤਾਂ ਟ੍ਰੀਵੀਅਲੀ ਇਹ ਚੀਜ਼ ਹੋਲਡ ਕਰੇਗੀ, ਠੀਕ ਹੈ। ਤਾਂ ਪਹਿਲੀ ਤਾਂ ਕੰਡੀਸ਼ਨ ਇਹ ਆ ਵੀ x ਨੌਨ ਜ਼ੀਰੋ ਹੋਣਾ ਚਾਹੀਦਾ। ਤਾਂ ਲੈਮਡਾ ਕੀ ਹੋਏਗੀ ਇੱਥੇ ਆਪਣੇ ਕੋਲੇ ਆਈਗਨ ਵੈਲਿਊ ਆਫ a ਤੇ x ਕੀ ਹੋਏਗਾ ਆਈਗਨ ਵੈਕਟਰ, ਠੀਕ ਹੈ। ਇਸ ਨੂੰ ਅਸੀਂ ਐਗਜ਼ਾਮਪਲ ਦੇ ਥਰੂ ਸਮਝ ਲੈਂਦੇ ਹਾਂ, ਜ਼ਿਆਦਾ ਸਾਨੂੰ ਕਲੀਅਰ ਹੋ ਜਾਏਗੀ ਗੱਲ। ਪਹਿਲਾਂ ਮੈਂ 2×2 ਦੀ ਐਗਜ਼ਾਮਪਲ ਲਊਂਗਾ, ਫਿਰ 3×3 ਦੀ, ਠੀਕ ਹੈ। ਇਹ ਮੈਂ ਕੋਈ ਮੈਟ੍ਰਿਕਸ ਲਿਆ 1 2 0 4, ਠੀਕ ਹੈ। ਸੋ ਇਸ ਦੀ ਆਈਗਨ ਵੈਲਿਊ ਕੱਢਣ ਲਈ ਮੈਨੂੰ ਪਤਾ ਵੀ ax ਕਿਹਦੇ ਇਕੁਅਲ ਹੁੰਦਾ ਲੈਮਡਾ x ਦੇ। ਇਸ ਨੂੰ ਮੈਂ ਲਿਖ ਸਕਦਾ ax ਮਾਈਨਸ ਲੈਮਡਾ x ਇਕੁਅਲ ਟੂ 0 ਮੈਟ੍ਰਿਕਸ। ਅਗਰ ਮੈਂ x ਨੂੰ ਕਾਮਨ ਨਿਕਾਲਿਆ, ਇਹ ਬਣ ਜਾਏਗਾ a ਮਾਈਨਸ ਲੈਮਡਾ i x ਇਕੁਅਲ ਟੂ 0। ਤਾਂ ਇੱਥੇ x ਤਾਂ ਸਾਡੇ ਕੋਲ ਸਾਨੂੰ ਪਤਾ ਨੌਨ ਜ਼ੀਰੋ ਹੈ। ਅਗਰ ਮੈਂ ਦੋਨਾਂ ਸਾਈਡ ਡਿਟਰਮੀਨੇਟ ਲਵਾਂ ਤਾਂ ਫਿਰ ਡਿਟਰਮੀਨੇਟ ਆਫ a ਮਾਈਨਸ ਲੈਮਡਾ i ਦਾ ਕੀ ਹੋਏਗਾ ਸਾਡੇ ਕੋਲੇ 0। ਤਾਂ ਇਸ ਦੀ ਮੈਂ ਵੈਲਿਊ ਨਿਕਾਲ ਲਾਂਗਾ a ਮਾਈਨਸ ਲੈਮਡਾ i ਦੀ। ਤਾਂ ਇਹ ਬਣ ਜਾਏਗਾ ਸਾਡੇ ਕੋਲੇ a ਮਾਈਨਸ ਲੈਮਡਾ i ਇਕੁਅਲ ਟੂ a ਦੀ ਵੈਲਿਊ ਮੇਰੇ ਕੋਲ ਹੈਗੀ ਹੈ 1 2 0 4 ਮਾਈਨਸ ਲੈਮਡਾ, ਆਇਡੈਂਟੀਟੀ ਦੀ ਵੈਲਿਊ ਹੈਗੀ ਹੈ 1 0 0 1। ਤੇ ਇਸ ਨੂੰ ਮੈਂ ਲਿਖ ਸਕਦਾ 1 ਮਾਈਨਸ ਲੈਮਡਾ 2 0 4 ਮਾਈਨਸ ਲੈਮਡਾ। ਸਿੰਪਲ ਅਸੀਂ ਕੀਤਾ ਇਸ ਨੂੰ ਸੋਲਵ। ਹੁਣ ਇਸ ਦਾ ਮੈਂ ਡਿਟਰਮੀਨੇਟ ਨਿਕਾਲਾਂਗਾ, ਡਿਟਰਮੀਨੇਟ ਆਫ a ਮਾਈਨਸ ਲੈਮਡਾ ਇਕੁਅਲ ਟੂ 0। ਇਸ ਦਾ ਡਿਟਰਮੀਨੇਟ ਨਿਕਾਲਾਂਗੇ, ਇਹ ਬਣ ਜਾਏਗਾ 1 ਮਾਈਨਸ ਲੈਮਡਾ 4 ਮਾਈਨਸ ਲੈਮਡਾ ਮਾਈਨਸ 0, ਠੀਕ ਹੈ। ਤਾਂ ਇਹ ਬਣ ਗਿਆ 1 ਮਾਈਨਸ ਲੈਮਡਾ 4 ਮਾਈਨਸ ਲੈਮਡਾ ਇਕੁਅਲ ਟੂ 0। ਤਾਂ ਅਗਰ ਮੈਂ ਇਸ ਨੂੰ ਸੋਲਵ ਕਰਾਂ ਤਾਂ ਇੱਥੇ ਮੇਰੇ ਕੋਲ ਲੈਮਡਾ ਦੀਆਂ ਦੋ ਵੈਲਿਊਜ਼ ਆ ਜਾਣਗੀਆਂ। ਇੱਕ ਤਾਂ 1 ਮਾਈਨਸ ਲੈਮਡਾ ਇਕੁਅਲ ਟੂ 0 ਮਤਲਬ ਲੈਮਡਾ ਇਕੁਅਲ ਟੂ 1। ਇੱਕ ਬਣ ਗਿਆ 4 ਮਾਈਨਸ ਲੈਮਡਾ ਇਕੁਅਲ ਟੂ 0 ਲੈਮਡਾ ਇਕੁਅਲ ਟੂ 4। ਮਤਲਬ ਜੋ ਦੋ ਵੈਲਿਊਜ਼ ਆਈਆਂ ਨੇ ਸਾਡੇ ਕੋਲ ਲੈਮਡਾ ਦੀਆਂ, ਇਹ ਕੀ ਨੇ ਸਾਡੇ ਕੋਲ ਦੋ ਆਈਗਨ ਵੈਲਿਊਜ਼ ਨੇ। ਮੈਂ ਕਿੰਨੇ ਆਰਡਰ ਦਾ ਮੈਟ੍ਰਿਕਸ ਲਿਆ 2×2 ਦਾ, ਠੀਕ ਹੈ। ਅਗਰ ਮੈਂ 2×2 ਦਾ ਮੈਟ੍ਰਿਕਸ ਲਊਂਗਾ ਤਾਂ ਮੇਰੇ ਕੋਲ ਆਈਗਨ ਵੈਲਿਊਜ਼ ਵੀ ਦੋ ਮਿਲਣਗੀਆਂ। ਅਗਰ ਮੈਂ 3×3 ਦਾ ਮੈਟ੍ਰਿਕਸ ਲਵਾਂ ਤਾਂ ਆਈਗਨ ਵੈਲਿਊਜ਼ ਵੀ ਮੈਨੂੰ 3 ਮਿਲਣਗੀਆਂ, ਠੀਕ ਹੈ। ਤਾਂ ਜਿੰਨੇ ਆਰਡਰ ਦਾ ਮੈਟ੍ਰਿਕਸ ਹੋਏਗਾ ਉਨੇ ਹੀ ਆਈਗਨ ਵੈਲਿਊਜ਼ ਹੋ ਸਕਦੀਆਂ ਨੇ, ਠੀਕ ਹੈ। ਤਾਂ ਦੂਸਰੀ ਗੱਲ ਇਹ ਹੈ ਵੀ ਅਗਰ ਮੈਂ ਇਸ ਨੂੰ ਸੋਲਵ ਕਰ ਲਵਾਂ ਤਾਂ ਇਹ ਮੇਰੇ ਕੋਲ ਬਣ ਜਾਏਗਾ 4 ਮਾਈਨਸ ਲੈਮਡਾ ਮਾਈਨਸ 4 ਲੈਮਡਾ ਪਲੱਸ ਲੈਮਡਾ ਸਕੁਅਰ ਇਕੁਅਲ ਟੂ 0। ਇਹਨੂੰ ਲਿਖ ਸਕਦਾ ਮੈਂ ਲੈਮਡਾ ਸਕੁਅਰ, ਇਹ ਬਣ ਜਾਏਗਾ ਮਾਈਨਸ 5 ਲੈਮਡਾ ਪਲੱਸ 4 ਇਕੁਅਲ ਟੂ 0। ਤਾਂ ਜਿਹੜੀ ਵੀ ਇਹ ਇਕੁਏਸ਼ਨ ਬਣੀ ਹੈ ਇਸ ਨੂੰ ਬੋਲਦੇ ਨੇ ਕਰੈਕਟਰਿਸਟਿਕ ਇਕੁਏਸ਼ਨ ਆਫ ਮੈਟ੍ਰਿਕਸ A, ਠੀਕ ਹੈ। ਤਾਂ ਇਹ ਸੀ ਸਾਡੇ ਕੋਲ ਬੇਸਿਕ ਤਰੀਕਾ, ਅਸੀਂ ਕਿਸ ਤਰ੍ਹਾਂ ਕਿਸੇ ਮੈਟ੍ਰਿਕਸ ਦੀ ਕਰੈਕਟਰਿਸਟਿਕ ਇਕੁਏਸ਼ਨ ਬਣਾ ਸਕਦੇ ਹਾਂ। ਪਰ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਦੇਖੋ ਤਾਂ ਇਹ ਮੈਥਡ ਸਾਡੇ ਲਈ ਸਹੀ ਨਹੀਂ ਹੈਗਾ, ਕਿਉਂਕਿ ਅਸੀਂ ਇਸ ਨੂੰ ਅਗਰ ਇੰਨੇ ਟਾਈਮ ਲਾ ਕੇ ਕਰਾਂਗੇ ਤਾਂ ਇਹਦਾ ਕੋਈ ਫਾਇਦਾ ਨਹੀਂ ਹੈ। ਇਸ ਦਾ ਅਸੀਂ ਡਾਇਰੈਕਟ ਮੈਥਡ ਹੈ ਸਾਡੇ ਕੋਲ, ਇਸ ਨੂੰ ਉਸ ਤਰੀਕੇ ਨਾਲ ਕਰਾਂਗੇ ਅਸੀਂ, ਠੀਕ ਹੈ। ਦੇਖੋ ਅਗਰ ਮੇਰੇ ਕੋਲ ਇਹ ਮੈਟ੍ਰਿਕਸ ਹੈ 1 0 3 4, ਇਹ ਕੋਈ ਮੈਟ੍ਰਿਕਸ ਲਿਆ, ਠੀਕ ਹੈ। ਤਾਂ ਅਗਰ ਇਹਦੀ ਮੈਂ ਡਾਇਰੈਕਟ ਕਰੈਕਟਰਿਸਟਿਕ ਇਕੁਏਸ਼ਨ ਲਿਖਣੀ ਹੈ ਤਾਂ ਇਹ ਹੁੰਦਾ ਹੀ ਹੈ ਕਰੈਕਟਰਿਸਟਿਕ ਆਫ a x ਇਜ਼ ਇਕੁਅਲ ਟੂ x ਸਕੁਅਰ ਮਾਈਨਸ ਟਰੇਸ ਆਫ a x ਪਲੱਸ ਡਿਟਰਮੀਨੇਟ ਆਫ a, ਠੀਕ ਹੈ। ਤਾਂ x ਸਕੁਅਰ ਤਾਂ ਉਵੇਂ ਆ ਜਾਏਗਾ, ਟਰੇਸ ਕਿੰਨਾ ਇਹਦਾ, ਇਸ ਮੈਟ੍ਰਿਕਸ ਦਾ ਟਰੇਸ ਕੀ ਹੋਏਗਾ। ਟਰੇਸ ਸਾਨੂੰ ਪਤਾ ਕੀ ਹੁੰਦਾ ਕਿਸੇ ਵੀ ਮੈਟ੍ਰਿਕਸ ਦਾ ਸਮ ਆਫ ਡਾਇਗਨਲ ਐਂਟਰੀਜ਼। ਅਗਰ ਮੈਂ ਡਾਇਗਨਲ ਐਂਟਰੀ ਦਾ ਸਮ ਕਰਾਂ 1 + 4 ਕਿੰਨਾ ਬਣ ਗਿਆ 5, ਤੇ ਇੱਥੇ ਕਿੰਨਾ ਆ ਜਾਏਗਾ 5x। ਇਸ ਤੋਂ ਬਾਅਦ ਡਿਟਰਮੀਨੇਟ ਨਿਕਾਲ ਲੈਂਦੇ ਇਹਦਾ 4 ਮਾਈਨਸ 0 ਤਾਂ ਕਿੰਨਾ ਆ ਜਾਏਗਾ 4। ਤਾਂ ਡਾਇਰੈਕਟ ਕਰੈਕਟਰਿਸਟਿਕ ਇਕੁਏਸ਼ਨ ਸਾਡੇ ਕੋਲੇ ਮਿਲ ਗਈ। ਦੇਖੋ ਇਹ ਕੁਆਡਰੇਟਿਕ ਇਕੁਏਸ਼ਨ ਵੀ ਹੈ ਤੇ ਕੁਆਡਰੇਟਿਕ ਇਕੁਏਸ਼ਨ ਤਾਂ ਬੇਸਿਕ ਇਸ ਨੂੰ ਸੋਲਵ ਵੀ ਕਰ ਸਕਦੇ ਹਾਂ। ਤੇ ਇੱਥੋਂ x ਦੀਆਂ ਦੋ ਵੈਲਿਊਜ਼ ਹੋਣਗੀਆਂ, ਉਹੀ ਸਾਡੇ ਕੋਲੇ ਕੀ ਹੋਣਗੀਆਂ ਆਈਗਨ ਵੈਲਿਊਜ਼।
3x3 ਦੀ ਅਸੀਂ ਐਗਜ਼ਾਮਪਲ ਲਈ ਹੈ ਜਿਹਦੇ ਵਿੱਚ ਸਾਡੇ ਕੋਲ A ਮੈਟ੍ਰਿਕਸ ਆ। ਅਸੀਂ ਡਾਇਰੈਕਟ ਸਿੱਖਾਂਗੇ ਵੀ ਇਸ ਦੀ ਜੋ ਕਰੈਕਟਰਿਸਟਿਕ ਇਕੁਏਸ਼ਨ ਆ ਉਹ ਕਿਸ ਤਰ੍ਹਾਂ ਅਸੀਂ ਬਣਾ ਸਕਦੇ ਹਾਂ। ਦੇਖੋ, ਅਗਰ 3x3 ਦੀ ਮੈਟ੍ਰਿਕਸ ਹੈ ਤਾਂ ਜੋ ਇਹਦੀ ਕਰੈਕਟਰਿਸਟਿਕ ਇਕੁਏਸ਼ਨ ਬਣੇਗੀ ਉਹ ਵੀ 3 ਡਿਗਰੀ ਦੀ ਬਣੇਗੀ। ਠੀਕ ਹੈ, ਤਾਂ ਪਹਿਲਾਂ ਮੈਂ ਇਹ ਡਾਇਰੈਕਟ ਫਾਰਮੂਲਾ ਯਾਦ ਰੱਖੂਗਾ, ਇਹਦੇ ਵਿੱਚ ਵੈਲਿਊਜ਼ ਨਿਕਾਲ ਦੂੰਗਾ ਤੇ ਪੁੱਟ ਕਰ ਦੂੰਗਾ। ਠੀਕ ਹੈ, ਤਾਂ ਜਿਵੇਂ ਕਿ ਇਹਦੇ ਵਿੱਚ ਮੈਨੂੰ ਕੀ ਚਾਹੀਦਾ, ਪਹਿਲਾਂ ਟਰੇਸ ਆਫ A ਚਾਹੀਦਾ। ਟਰੇਸ ਮੈਨੂੰ ਪਤਾ ਹੀ ਹੈ ਸਮ ਆਫ ਡਾਇਗਨਲ ਐਂਟਰੀਜ਼ ਹੁੰਦਾ, ਤਾਂ ਉਹ ਕਿੰਨਾ ਆ ਗਿਆ 7। ਤਾਂ x ਕਿਊਬ ਮਾਈਨਸ ਟਰੇਸ ਕੀ ਹੈ ਮੇਰੇ ਕੋਲ 7, ਤਾਂ ਇਹ ਬਣ ਗਿਆ 7x ਸਕੁਅਰ। ਇਸ ਤੋਂ ਬਾਅਦ ਮਾਈਨਰ ਚਾਹੀਦੇ ਨੇ M11 M22 ਤੇ M33। M11 ਮੈਂ ਨਿਕਾਲ ਲੈਣਾ, ਇਹ ਮੇਰੇ ਲਈ M11 ਹੈ। ਇਹਦਾ ਮਾਈਨਰ ਕੀ ਹੋਏਗਾ, ਆਪਾਂ ਅਗਰ M11 ਨਿਕਾਲੀਏ ਤਾਂ ਇਹ ਛੱਡ ਦਿਆਂਗੇ, ਇਹ ਛੱਡ ਦਿਆਂਗੇ, ਕੀ ਰਹਿ ਜਾਏਗਾ ਇਕੱਲਾ 3 2 1 2, ਤੇ ਇਹ ਬਣ ਜਾਏਗਾ ਮੇਰੇ ਕੋਲ 6 ਮਾਈਨਸ 2 ਕਿੰਨਾ ਰਹਿ ਗਿਆ 4। ਅਗਰ M22 ਨਿਕਾਲਾਂ ਮੈਂ ਤੇ ਇਹਦੇ ਲਈ ਨਿਕਾਲਣਾ, ਇਹ ਛੱਡ ਦੇਂਗੇ, ਇਹ ਛੱਡ ਦੇਂਗੇ, ਇਹ ਬਣ ਜਾਏਗਾ ਸਾਡੇ ਕੋਲ 2 1 1 2, ਤੇ ਇਹ ਬਣ ਜਾਏਗਾ 4 ਮਾਈਨਸ 1 3। ਅਗਰ ਮੈਂ M33 ਨਿਕਾਲਾਂ ਤੇ ਇਹ ਬਣ ਜਾਏਗਾ 2 1 2 3, ਤੇ ਇਹ ਬਣ ਜਾਏਗਾ 6 ਮਾਈਨਸ 2 ਕਿੰਨਾ ਰਹਿ ਗਿਆ 4। ਤਾਂ ਅਗਰ ਮੈਂ ਇਹਨਾਂ ਦਾ ਤਿੰਨਾਂ ਦਾ ਸਮ ਕਰਾਂ ਤੇ ਇਹ ਬਣ ਜਾਏਗਾ 4 3 7 7 ਪਲੱਸ 4 11, ਤੇ ਇੱਥੇ ਕਿੰਨਾ ਆ ਜਾਏਗਾ ਮੇਰੇ ਕੋਲ 11x। ਤੇ ਇੱਥੇ ਕੀ ਆਏਗਾ ਡਿਟਰਮੀਨੇਟ ਆਫ A। ਡਿਟਰਮੀਨੇਟ ਕਿੰਨਾ ਨਿਕਾਲੂੰਗਾ ਮੈਂ 5, ਕਿੰਨਾ ਆਇਆ ਇਹਦਾ ਡਿਟਰਮੀਨੇਟ 5। ਤਾਂ ਇਹ ਮੇਰੇ ਕੋਲ ਸਿੱਧੀ ਕਰੈਕਟਰਿਸਟਿਕ ਇਕੁਏਸ਼ਨ ਬਣ ਗਈ। ਦੇਖੋ, ਕੁਝ ਵੀ ਸੋਲਵ ਕਰਨ ਦੀ ਜ਼ਰੂਰਤ ਨਹੀਂ ਪਈ। ਤਾਂ ਜੋ ਸਾਡੇ ਕੋਲ ਵੈਸੇ ਮੈਥਡ ਹੁੰਦਾ ਗਾ ਉਹ ਹੁੰਦਾ ਸਾਡੇ ਕੋਲ ਡਿਟਰਮੀਨੇਟ ਆਫ A ਮਾਈਨਸ ਲੈਮਡਾ I, ਤਾਂ ਉਹ ਕਾਫੀ ਲੈਂਥੀ ਚੱਲ ਜਾਂਦਾ, ਫਿਰ ਇਕੁਏਸ਼ਨ ਬਣਾਉਣੀ ਔਖੀ ਹੋ ਜਾਂਦੀ ਹੈ। ਠੀਕ ਹੈ, ਤਾਂ ਇਹ ਡਾਇਰੈਕਟ ਮੈਥਡ ਹੈ, ਇਸ ਤਰ੍ਹਾਂ ਅਸੀਂ ਸੋਲਵ ਕਰ ਸਕਦੇ ਹਾਂ। ਤਾਂ ਜਦੋਂ ਇਹਨੂੰ ਅਸੀਂ ਸੋਲਵ ਕਰਾਂਗੇ, ਕਿਊਬਿਕ ਇਕੁਏਸ਼ਨ ਆ, ਤਾਂ ਇੱਥੇ x ਦੀਆਂ 3 ਵੈਲਿਊਜ਼ ਆ ਜਾਣਗੀਆਂ ਸਾਡੇ ਕੋਲ। ਮੈਂ ਡਾਇਰੈਕਟ ਹੀ ਲਿਖ ਲੈਣਾ, ਤੁਸੀਂ ਸੋਲਵ ਕਰ ਸਕਦੇ ਹੋ ਇਹਨੂੰ। x ਦੀਆਂ 3 ਵੈਲਿਊਜ਼ ਆ ਜਾਣਗੀਆਂ 1 1 ਐਂਡ 5। ਠੀਕ ਹੈ, ਤੇ ਇਹੀ ਸਾਡੀ ਕੀ ਨੇ ਆਈਗਨ ਵੈਲਿਊਜ਼। ਤਾਂ ਹੁਣ ਦੇਖੋ ਇਹਦੇ ਵਿੱਚੋਂ ਦੋ ਰਿਜ਼ਲਟ ਨਿਕਲਦੇ ਨੇ। ਇੱਕ ਤਾਂ ਸਮ ਆਫ ਆਈਗਨ ਵੈਲਿਊਜ਼ ਕੀ ਹੋਏਗਾ, ਸਮ ਆਫ ਆਈਗਨ ਵੈਲਿਊਜ਼, ਜਿਵੇਂ ਕਿ ਇਹਦੇ ਵਿੱਚ ਸਮ ਕੀ ਇਹਦਾ ਸਮ ਕਰੀਏ ਆਈਗਨ ਵੈਲਿਊ ਦਾ, ਇਹ ਕਿੰਨਾ ਬਣਦਾ 1 ਪਲੱਸ 1 ਪਲੱਸ 5, ਇਹ ਬਣ ਗਿਆ 7। ਇਹ ਕਿਹਦੇ ਇਕੁਅਲ ਹੋਏਗਾ, ਇਹ ਟਰੇਸ ਆਫ ਮੈਟ੍ਰਿਕਸ ਦੇ ਇਕੁਅਲ ਹੋਏਗਾ, ਟਰੇਸ ਆਫ ਮੈਟ੍ਰਿਕਸ। ਠੀਕ ਹੈ, ਜਿਵੇਂ ਕਿ ਅਸੀਂ ਅਗਰ ਟਰੇਸ ਲਈਏ ਇਸ ਮੈਟ੍ਰਿਕਸ ਦਾ ਕਿੰਨਾ ਬਣਦਾ 2 ਪਲੱਸ 3 5 5 ਪਲੱਸ 2 7, ਤਾਂ ਟਰੇਸ ਵੀ 7 ਬਣਿਆ ਤੇ ਸਮ ਆਫ ਆਈਗਨ ਵੈਲਿਊ ਵੀ ਸੇਮ ਬਣਿਆ। ਤੇ ਸਾਡੇ ਕੋਲ ਇੱਕ ਰਿਜ਼ਲਟ ਹੁੰਦਾ ਵੀ ਸਮ ਆਫ ਆਈਗਨ ਵੈਲਿਊਜ਼ ਕਿਸੇ ਮੈਟ੍ਰਿਕਸ ਦੀਆਂ ਕਿਹਦੇ ਇਕੁਅਲ ਹੁੰਦੀਆਂ ਨੇ, ਟਰੇਸ ਆਫ ਮੈਟ੍ਰਿਕਸ ਦੇ ਇਕੁਅਲ ਹੁੰਦੀਆਂ ਨੇ। ਤੇ ਜੋ ਸੈਕੰਡ ਰਿਜ਼ਲਟ ਹੈ ਉਹ ਹੈ ਪ੍ਰੋਡਕਟ ਆਫ ਆਈਗਨ ਵੈਲਿਊਜ਼। ਪ੍ਰੋਡਕਟ ਆਫ ਆਈਗਨ ਵੈਲਿਊਜ਼ ਕਿਹਦੇ ਇਕੁਅਲ ਹੁੰਦਾ ਹੈਗਾ, ਡਿਟਰਮੀਨੇਟ ਆਫ A। ਤਾਂ ਦੇਖੋ, ਅਗਰ ਮੈਂ ਪ੍ਰੋਡਕਟ ਕਰਾਂ ਆਈਗਨ ਵੈਲਿਊਜ਼ ਦਾ, ਮੇਰੇ ਕੋਲ ਆਈਗਨ ਵੈਲਿਊਜ਼ ਨੇ, ਇਹਨਾਂ ਦਾ ਪ੍ਰੋਡਕਟ ਕਰਾਂ 1 ਮਲਟੀਪਲਾਈ 5, ਇਹ ਕਿੰਨਾ ਆ ਗਿਆ 5। ਅਗਰ ਮੈਂ ਡਿਟਰਮੀਨੇਟ ਦੇਖਾਂ ਤਾਂ ਡਿਟਰਮੀਨੇਟ ਵੀ ਕਿੰਨਾ ਆਇਆ ਮੇਰੇ ਕੋਲ 5। ਤਾਂ ਇਹ ਦੋ ਰਿਜ਼ਲਟ ਸਾਡੇ ਕੋਲ ਇੰਪੋਰਟੈਂਟ ਨੇ ਜਿਨ੍ਹਾਂ ਦੀ ਹੈਲਪ ਨਾਲ ਅਸੀਂ ਸਮ ਆਸਾਨੀ ਨਾਲ ਕਰ ਸਕਦੇ ਹਾਂ। ਠੀਕ ਹੈ, ਇੱਕ ਤਾਂ ਇਹ ਆ ਵੀ ਸਮ ਆਫ ਆਈਗਨ ਵੈਲਿਊਜ਼ ਟਰੇਸ ਦੇ ਇਕੁਅਲ ਹੁੰਦਾ, ਤੇ ਪ੍ਰੋਡਕਟ ਆਫ ਆਈਗਨ ਵੈਲਿਊ ਕਿਹਦੇ ਇਕੁਅਲ ਹੁੰਦਾ, ਡਿਟਰਮੀਨੇਟ ਆਫ A ਦੇ। ਜਿਵੇਂ ਮੈਂ ਇੱਕ ਇੱਥੇ ਐਗਜ਼ਾਮਪਲ ਲਈ ਹੈ, ਇਹਨੂੰ ਅਸੀਂ ਦੇਖਦੇ ਹਾਂ। ਜਿਵੇਂ ਇਹ ਸਮ ਆ, ਦੇਖੋ ਇਹਦੇ ਵਿੱਚ ਕੀ ਫਾਈਂਡ ਆਊਟ ਕਰਨਾ ਸੀ, ਆਈਗਨ ਵੈਲਿਊਜ਼ ਫਾਈਂਡ ਆਊਟ ਕਰਨੀ ਹੈ। ਕਿੰਨੇ ਦਾ ਮੈਟ੍ਰਿਕਸ ਹੈ 3x3 ਦਾ, ਤਾਂ ਆਈਗਨ ਵੈਲਿਊ ਸਾਡੇ ਕੋਲ ਦੱਸੀਆਂ ਹੋਈਆਂ ਨੇ। ਠੀਕ ਹੈ, ਤਾਂ ਇਹਦੇ ਅਸੀਂ ਹੁਣ ਸਿੱਧੀਆਂ ਨਹੀਂ ਇਹਨੂੰ ਫਾਰਮੂਲਾ ਲਾ ਕੇ ਨਹੀਂ ਨਿਕਾਲਣ ਦੀ ਲੋੜ। ਠੀਕ ਹੈ, ਤਾਂ ਅਸੀਂ ਡਾਇਰੈਕਟ ਕਰ ਸਕਦੇ ਹਾਂ। ਸਾਨੂੰ ਪਤਾ ਹੈ ਜੋ ਸਮ ਆਫ ਆਈਗਨ ਵੈਲਿਊਜ਼ ਹੁੰਦਾ ਹੈ, ਸਮ ਆਫ ਆਈਗਨ ਵੈਲਿਊਜ਼ ਉਹ ਕਿਹਦੇ ਇਕੁਅਲ ਹੁੰਦਾ, ਟਰੇਸ ਦੇ। ਤਾਂ ਟਰੇਸ ਦੇਖ ਲੈਂਦੇ ਹਾਂ ਕਰਨਾ ਇਹਦਾ, ਟਰੇਸ ਆਫ ਮੈਟ੍ਰਿਕਸ। ਤਾਂ ਟਰੇਸ ਕਰਨਾ ਇਹਦਾ 1 ਪਲੱਸ 4 ਮਾਈਨਸ 1 ਕਿੰਨਾ ਆ ਗਿਆ 4। ਤਾਂ ਹੁਣ ਆਈਗਨ ਵੈਲਿਊ ਦਾ ਸਮ ਦੇਖ ਲੈਣਾ, ਕਿਹੜੇ ਆਪਸ਼ਨ ਦਾ ਸਮ 4 ਬਣਦਾ ਹੈਗਾ। ਠੀਕ ਹੈ, ਤਾਂ ਇਹਦਾ ਕਰੀਏ ਇਹਦਾ 4 ਬਣਦਾ। ਠੀਕ ਹੈ, ਇਹ ਹੋ ਸਕਦੀ ਹੈ। ਅਗਰ ਇਹਦਾ ਕਰੀਏ ਆਪਾਂ, ਇਹਦਾ ਮਾਈਨਸ 4 ਬਣਦਾ, ਲੇਕਿਨ ਆਪਣਾ 4 ਆਇਆ, ਤੇ ਇਹ ਆਪਸ਼ਨ ਤਾਂ ਨਹੀਂ ਹੋਏਗੀ। ਅਗਰ ਇਹਦਾ ਕਰੀਏ 4 ਪਲੱਸ 3 ਕਿੰਨਾ, 2 ਪਲੱਸ 1 ਕਿੰਨਾ ਬਣ ਗਿਆ 3, 3 ਮਾਈਨਸ 5 ਮਾਈਨਸ 2 ਬਣ ਗਿਆ, ਤਾਂ ਇਹ ਵੀ ਆਪਸ਼ਨ ਨਹੀਂ ਹੋਏਗੀ। ਇਹ ਬਣ ਗਿਆ 5 ਪਲੱਸ 1 6 6 ਮਾਈਨਸ 2 4, ਤਾਂ ਇਹ ਵੀ ਆਪਸ਼ਨ ਹੋ ਸਕਦੀ ਹੈ। ਮਤਲਬ ਦੋ ਆਪਸ਼ਨਾਂ ਤਾਂ ਸਾਡੀਆਂ ਐਲੀਮੀਨੇਟ ਹੋ ਗਈਆਂ, ਦੋ ਆਪਸ਼ਨਾਂ 'ਚ ਹੀ ਆਨਸਰ ਹੋਏਗਾ। ਤਾਂ ਅਸੀਂ ਹੁਣ ਹੈਲਪ ਲਵਾਂਗੇ ਡਿਟਰਮੀਨੇਟ ਆਫ A ਦੀ, ਕਿਉਂਕਿ ਡਿਟਰਮੀਨੇਟ ਕਿਹਦੇ ਇਕੁਅਲ ਹੁੰਦਾ, ਪ੍ਰੋਡਕਟ ਆਫ ਆਈਗਨ ਵੈਲਿਊ। ਅਸੀਂ ਡਿਟਰਮੀਨੇਟ ਨਿਕਾਲ ਲੈਂਦੇ ਹਾਂ ਇਹਦਾ, ਤੇ ਇਹਦਾ ਡਿਟਰਮੀਨੇਟ ਹੋਏਗਾ 1 4 1 8 ਮਾਈਨਸ 1 ਮਾਈਨਸ 2 ਮਾਈਨਸ 1 0 8 ਮਾਈਨਸ 1 ਮਾਈਨਸ 4 ਮਾਈਨਸ 1 0 4 1। ਠੀਕ ਹੈ, ਇਹ ਬਣ ਜਾਏਗਾ, ਇਹਨੂੰ ਮੈਂ ਸੋਲਵ ਕਰਾਂ ਮਾਈਨਸ ਦੇ 4 ਮਾਈਨਸ ਦੇ 8 ਮਾਈਨਸ ਦੇ 2 1 0, ਤੇ ਬਣ ਜਾਏਗਾ ਮਾਈਨਸ 4 ਮਾਈਨਸ 1 ਮਾਈਨਸ 0, ਤੇ ਬਣ ਗਿਆ ਮੇਰੇ ਕੋਲ ਮਾਈਨਸ 12 ਮਾਈਨਸ 2 ਤੇ ਮਾਈਨਸ 4 ਪਲੱਸ 4 ਬਣ ਗਿਆ। ਠੀਕ ਹੈ, ਤਾਂ ਅਗਰ ਮੈਂ ਇਸ ਨੂੰ ਸੋਲਵ ਕਰਾਂ ਤਾਂ ਇਹ ਮਾਈਨਸ ਦੇ 10 ਆ ਜਾਏਗਾ। ਠੀਕ ਹੈ, ਮਤਲਬ ਪ੍ਰੋਡਕਟ ਆਫ ਆਈਗਨ ਵੈਲਿਊਜ਼ ਮਾਈਨਸ 10 ਆਉਂਦਾ ਹੈ। ਤਾਂ ਹੁਣ ਮੈਂ ਪ੍ਰੋਡਕਟ ਕਰਕੇ ਦੇਖ ਲਾਂਗਾ, ਜਿਹਦਾ ਆਨਸਰ ਮਾਈਨਸ 10 ਹੋਇਆ ਉਹ ਮੇਰਾ ਆਨਸਰ ਹੋਏਗਾ। ਠੀਕ ਹੈ, ਅਗਰ ਮੈਂ ਇਸ ਦਾ ਕਰਕੇ ਦੇਖਾਂ ਤਾਂ ਇਹ ਬਣ ਜਾਏਗਾ ਮਾਈਨਸ 1 ਇੰਟੂ 1 ਇੰਟੂ 4, ਤੇ ਤਾਂ ਮਾਈਨਸ 4 ਹੁੰਦਾ, ਮਤਲਬ ਇਹ ਆਪਸ਼ਨ ਤਾਂ ਸਾਡੀ ਨਹੀਂ ਹੋਏਗੀ। ਤਾਂ ਆਨਸਰ ਕੀ ਹੋਏਗਾ ਸਾਡਾ D। ਦੇਖੋ ਇਹਦੀ ਪ੍ਰੋਡਕਟ ਕਰਕੇ ਦੇਖੋ, ਮਾਈਨਸ 2 ਇੰਟੂ 1 ਇੰਟੂ 5 ਤਾਂ ਕਿੰਨਾ ਆ ਗਿਆ ਮਾਈਨਸ 10।
ਤਾਂ ਇਸ ਤਰ੍ਹਾਂ ਅਸੀਂ ਇਹਦੀ ਹੈਲਪ ਨਾਲ ਆਈਗਨ ਵੈਲਿਊਜ਼ ਕਰ ਸਕਦੇ ਹਾਂ। ਵੈਸੇ ਸੋਲਵ ਕਰਨ ਦੀ ਲੋੜ ਨਹੀਂ ਹੈ। ਬਸ ਦੋ ਰਿਜ਼ਲਟ ਤੁਸੀਂ ਯਾਦ ਰੱਖਣੇ ਆ, ਇੱਕ ਸਮ ਆਫ ਆਈਗਨ ਵੈਲਿਊ ਟਰੇਸ ਦੇ ਇਕੁਅਲ ਹੁੰਦਾ, ਇੱਕ ਪ੍ਰੋਡਕਟ ਆਫ ਆਈਗਨ ਵੈਲਿਊ ਡਿਟਰਮੀਨੇਟ ਆਫ ਏ ਦੇ ਇਕੁਅਲ ਹੁੰਦਾ। ਠੀਕ ਹੈ, ਇਹਦੇ ਨਾਲ ਦੀਆਂ ਕੁਝ ਹੋਰ ਐਗਜ਼ਾਮਪਲਸ ਨੇ ਸਾਡੇ ਕੋਲੇ, ਜਿਵੇਂ ਹੁਣ ਇਹਦੀਆਂ ਆਈਗਨ ਵੈਲਿਊਜ਼ ਨਿਕਾਲਣੀਆਂ। ਠੀਕ ਹੈ, ਅਸੀਂ ਉਹੀ ਮੈਥਡ ਯੂਜ਼ ਕਰ ਸਕਦੇ ਹਾਂ। ਸਮ ਆਫ ਆਈਗਨ ਵੈਲਿਊਜ਼ ਟਰੇਸ ਇਕੁਅਲ ਹੁੰਦਾ, ਠੀਕ ਹੈ, ਤੇ ਪ੍ਰੋਡਕਟ ਹੁੰਦਾ ਸਾਡੇ ਕੋਲੇ ਡਿਟਰਮੀਨੇਟ ਦੇ ਇਕੁਅਲ। ਪਰ ਸਾਡੇ ਕੋਲ ਇੱਕ ਹੋਰ ਵੀ ਰਿਜ਼ਲਟ ਹੁੰਦਾ ਹੈ, ਅਗਰ ਕੋਈ ਅਪਰ ਟ੍ਰਾਇੰਗੂਲਰ ਮੈਟ੍ਰਿਕਸ ਹੈ ਜਾਂ ਲੋਅਰ ਟ੍ਰਾਇੰਗੂਲਰ ਮੈਟ੍ਰਿਕਸ ਹੈ, ਠੀਕ ਹੈ, ਤਾਂ ਉਹਦੀਆਂ ਆਈਗਨ ਵੈਲਿਊਜ਼ ਜਸਟ ਉਹਦੇ ਡਾਇਗਨਲ ਹੁੰਦੇ ਨੇ। ਠੀਕ ਹੈ, ਜਿਵੇਂ ਹੁਣ ਆਪਾਂ ਨੂੰ ਪਤਾ ਹੈ ਇਹ ਲੋਅਰ ਟ੍ਰਾਇੰਗੂਲਰ ਮੈਟ੍ਰਿਕਸ ਹੈ, ਠੀਕ ਹੈ, ਤਾਂ ਇਹਦੀਆਂ ਆਈਗਨ ਵੈਲਿਊਜ਼ ਸਾਨੂੰ ਨਿਕਾਲਣ ਦੀ ਲੋੜ ਨਹੀਂ ਹੁੰਦੀ। ਜਿਹੜੇ ਡਾਇਗਨਲ ਐਲੀਮੈਂਟ ਹੁੰਦੇ ਨੇ ਉਹੀ ਇਹਦੀਆਂ ਆਈਗਨ ਵੈਲਿਊਜ਼ ਹੁੰਦੀਆਂ ਨੇ, ਤੇ ਇਹਦੀਆਂ ਆਈਗਨ ਵੈਲਿਊਜ਼ ਡਾਇਰੈਕਟ ਮਿਲ ਜਾਂਦੀਆਂ ਨੇ ਸਾਨੂੰ, ਜਿਵੇਂ 2 3 5 ਇਹਦੀਆਂ ਆਈਗਨ ਵੈਲਿਊ ਹੋਣਗੀਆਂ। ਤਾਂ ਆਨਸਰ ਸਾਡਾ ਕੀ ਹੈਗਾ 2 3 5। ਤਾਂ ਚਾਹੇ ਲੋਅਰ ਟ੍ਰਾਇੰਗੂਲਰ ਮੈਟ੍ਰਿਕਸ ਹੋਵੇ, ਚਾਹੇ ਅਪ ਟ੍ਰਾਇੰਗੂਲਰ ਮੈਟ੍ਰਿਕਸ ਹੋਵੇ, ਚਾਹੇ ਟ੍ਰਾਇੰਗੂਲਰ ਮੈਟ੍ਰਿਕਸ ਹੋਵੇ, ਉਹਦੀਆਂ ਆਈਗਨ ਵੈਲਿਊ ਜਸਟ ਕੀ ਹੁੰਦੀਆਂ ਨੇ ਆਪਣੇ ਕੋਲੇ ਡਾਇਗਨਲ ਐਂਟਰੀਜ਼ ਹੀ ਹੁੰਦੀਆਂ ਨੇ। ਠੀਕ ਹੈ, ਤਾਂ ਇੱਕ ਹੋਰ ਸਾਡੇ ਕੋਲ ਐਗਜ਼ਾਮਪਲ ਹੈ ਇਹਦੇ ਨਾਲ। ਇਹਦੇ ਵਿੱਚ ਜਿਵੇਂ ਆਈਗਨ ਵੈਲਿਊਜ਼ ਪੁੱਛੀਆਂ ਹੋਈਆਂ ਨੇ ਵੀ ਆਈਗਨ ਵੈਲਿਊ ਕੀ ਹੋਣਗੀਆਂ। ਠੀਕ ਹੈ, ਤਾਂ ਇਹਨੂੰ ਵੀ ਦੇਖ ਲੈਂਦੇ ਹਾਂ ਅਸੀਂ। ਤਾਂ ਅਗਰ ਮੈਂ ਇਹਦਾ ਟਰੇਸ ਕਰਾਂ, ਟਰੇਸ ਆਫ ਏ ਨਿਕਾਲਾਂ, ਤਾਂ ਕਿੰਨਾ ਆਉਂਦਾ 2 + 0 + 0, ਤਾਂ ਕਿੰਨਾ ਆ ਗਿਆ 2। ਤਾਂ ਹੁਣ ਮੈਂ ਸਮ ਕਰਕੇ ਦੇਖ ਲਓ ਇਹਨਾਂ 'ਚੋਂ 2 ਕਿਹਦਾ ਬਣਦਾ। ਅਗਰ ਮੈਂ ਇਹਦਾ ਸਮ ਕਰਾਂ ਤਾਂ ਇਹ ਬਣ ਗਿਆ 1 2 + 1 3 - 3, ਤਾਂ ਕਿੰਨਾ ਬਣ ਗਿਆ ਇਹ 0 ਬਣ ਗਿਆ, ਤਾਂ ਇਹ ਤਾਂ ਨਹੀਂ ਆਨਸਰ ਹੋਏਗਾ। ਅਗਰ ਮੈਂ ਇਹਦਾ ਕਰਾਂ 4 - 2 2 ਬਣ ਗਿਆ, ਮਤਲਬ ਇਹ ਹੋ ਸਕਦਾ। ਠੀਕ ਹੈ, ਹੁਣ ਇਹਦੀ ਦੇਖਦੇ ਹਾਂ 1 + 0 + 3, ਇਹ ਕਿੰਨਾ ਬਣ ਗਿਆ 4, ਤੇ ਇਹ ਵੀ ਨਹੀਂ ਹੋਏਗਾ। ਇਹ ਬਣ ਗਿਆ ਮਾਈਨਸ ਦੇ 2, ਮਤਲਬ ਇਹ ਵੀ ਨਹੀਂ ਹੋਏਗਾ। ਠੀਕ ਹੈ, ਤਾਂ ਇਹਦਾ ਆਨਸਰ ਕੀ ਆਇਆ ਫਿਰ ਸਾਡੇ ਕੋਲੇ ਬੀ ਆ ਗਿਆ। ਤਾਂ ਦੇਖੋ ਇਹਦੇ ਵਿੱਚ ਤਾਂ ਸਿਰਫ ਟਰੇਸ ਨਾਲ ਹੀ ਸਰ ਗਿਆ, ਤਾਂ ਟਰਮੀਨੇਟ ਤੱਕ ਜਾਣ ਦੀ ਵੀ ਨਹੀਂ ਲੋੜ ਹੋਈ। ਤਾਂ ਇਸ ਤਰ੍ਹਾਂ ਅਸੀਂ ਬੜੇ ਆਸਾਨੀ ਨਾਲ ਇਸ ਸਮ ਨੂੰ ਸੋਲਵ ਕਰ ਸਕਦੇ ਹਾਂ, ਲੈਂਥੀ ਲੈ ਕੇ ਜਾਣ ਦੀ ਜ਼ਰੂਰਤ ਨਹੀਂ ਹੈਗੀ। ਅਸੀਂ ਕੁਝ ਪ੍ਰੋਪਰਟੀਜ਼ ਕਰ ਲੈਂਦੇ ਹਾਂ ਇਸ ਦੀਆਂ ਆਈਗਨ ਵੈਲਿਊਜ਼ ਦੀਆਂ। ਜਿਵੇਂ ਕਿ ਪਹਿਲੀ ਹੈ, ਦੇਖੋ ਪ੍ਰੋਡਕਟ ਆਫ ਰੂਟਸ ਸਾਨੂੰ ਪਤਾ ਡਿਟਰਮੀਨੇਟ ਆਫ ਏ ਹੁੰਦਾ। ਠੀਕ ਹੈ, ਅਗਰ ਮੈਟ੍ਰਿਕਸ ਸਿੰਗੂਲਰ ਹੈ, ਸਿੰਗੂਲਰ ਮਤਲਬ ਉਹਦਾ ਡਿਟਰਮੀਨੇਟ ਕਿਹਦੇ ਇਕੁਅਲ ਹੈ 0 ਦੇ ਇਕੁਅਲ ਹੈ। ਠੀਕ ਹੈ, ਅਗਰ ਉਸਦਾ ਡਿਟਰਮੀਨੇਟ 0 ਦੇ ਇਕੁਅਲ ਹੈ ਤਾਂ ਉਹਦੀ ਐਟਲੀਸਟ 1 ਆਈਗਨ ਵੈਲਿਊ ਜਿਹੜੀ ਹੋਏਗੀ ਉਹ ਪੱਕੀ 0 ਹੋਏਗੀ। ਠੀਕ ਹੈ, ਐਟਲੀਸਟ 1 ਆਫ ਦਾ ਆਈਗਨ ਵੈਲਿਊਜ਼ ਆਫ ਏ ਇਜ਼ 0। ਮੰਨ ਲਓ ਕਿਸੇ ਦਾ ਡਿਟਰਮੀਨੇਟ 0 ਆ ਗਿਆ, ਠੀਕ ਹੈ, ਤਾਂ ਉਸ ਦੀਆਂ ਆਈਗਨ ਵੈਲਿਊਜ਼ ਜੋ ਵੀ ਹੋਣਗੀਆਂ, ਬਟ ਇੰਨੀ ਗੱਲ ਕਨਫਰਮ ਹੈ ਉਹਦੇ ਵਿੱਚ ਇੱਕ ਐਟਲੀਸਟ 1 ਆਈਗਨ ਵੈਲਿਊ 0 ਹੋਏਗੀ। ਠੀਕ ਹੈ, ਤਾਂ ਇਸ ਤੋਂ ਬਾਅਦ ਅਗਰ ਮੈਟ੍ਰਿਕਸ ਨਾਨ ਸਿੰਗੂਲਰ ਹੈ, ਨਾਨ ਸਿੰਗੂਲਰ ਮਤਲਬ ਡਿਟਰਮੀਨੇਟ 0 ਨਹੀਂ ਹੈਗਾ। ਠੀਕ ਹੈ, ਤਾਂ ਇੰਨੀ ਗੱਲ ਕਲੀਅਰ ਹੈ ਵੀ ਉਹਦੀਆਂ ਆਈਗਨ ਵੈਲਿਊ ਜੋ ਵੀ ਹੋਣਗੀਆਂ ਉਹ ਨਾਨ 0 ਹੋਣਗੀਆਂ, ਮਤਲਬ 0 ਦੀ ਆਈਗਨ ਵੈਲਿਊ ਨਹੀਂ ਹੋਏਗੀ। ਇਫ ਐਂਡ ਓਨਲੀ ਇਫ ਰਿਜ਼ਲਟ ਹੈ, ਅਗਰ ਡਿਟਰਮੀਨੇਟ 0 ਹੈ ਤਾਂ ਆਈਗਨ ਵੈਲਿਊ ਪੱਕੀ ਐਟਲੀਸਟ 1 0 ਹੋਏਗੀ। ਅਗਰ ਨਾਨ ਸਿੰਗੂਲਰ ਮੈਟ੍ਰਿਕਸ ਹੈ, ਮਤਲਬ ਡਿਟਰਮੀਨੇਟ ਨਾਨ 0 ਹੈ, ਤਾਂ ਸਾਰੀਆਂ ਆਈਗਨ ਵੈਲਿਊਜ਼ ਨਾਨ 0 ਹੋਣਗੀਆਂ। ਠੀਕ ਹੈ, ਤੇ ਇਹ ਸੀ ਪ੍ਰੋਪਰਟੀ। ਇਸ ਤੋਂ ਬਾਅਦ ਜੋ ਸੈਕੰਡ ਹੈ ਅਗਰ ਲੈਮਡਾ ਆਈਗਨ ਵੈਲਿਊਜ਼ ਹੋਈ ਮੈਟ੍ਰਿਕਸ ਏ ਦੀ, ਤਾਂ 1 ਲੈਮਡਾ ਆਈਗਨ ਵੈਲਿਊ ਹੋਏਗੀ ਏ ਇਨਵਰਸ ਦੀ। ਠੀਕ ਹੈ, ਜਿਵੇਂ ਮੈਂ ਐਗਜ਼ਾਮਪਲ ਲੈ ਲੈਣਾ, ਮੰਨ ਲਓ 1/2 ਏ ਦੀ ਆਈਗਨ ਵੈਲਿਊ ਹੈਗੀ ਨੇ 1/2 2/3 5/6। ਠੀਕ ਹੈ, ਤਾਂ ਅਗਰ ਆਪਾਂ ਨੂੰ ਏ ਇਨਵਰਸ ਦੀ ਆਈਗਨ ਵੈਲਿਊਜ਼ ਕੱਢਣ ਨੂੰ ਕਿਹਾ ਤਾਂ ਬਸ ਕੀ ਕਰਨਾ, ਆਪਾਂ ਰੈਸੀਪ੍ਰੋਕਲ ਕਰ ਦੇਣਾ ਇਹਦਾ। ਠੀਕ ਹੈ, ਤਾਂ ਜਿਵੇਂ 1/2 ਆ ਤਾਂ ਇਹ ਕੀ ਬਣ ਜਾਏਗਾ 2/1, ਇਹ ਕੀ ਬਣ ਜਾਏਗਾ 3/2, ਇਹ ਕੀ ਬਣ ਜਾਏਗਾ 6/5। ਤਾਂ ਅਗਰ ਏ ਦੀਆਂ ਵੈਲਿਊਜ਼ ਏ ਦੀਆਂ ਆਈਗਨ ਵੈਲਿਊਜ਼ ਇਹ ਨੇ ਤਾਂ ਇਨਵਰਸ ਦੀ ਆਈਗਨ ਵੈਲਿਊ ਦਾ ਕੀ ਹੋਊਗਾ ਰੈਸੀਪ੍ਰੋਕਲ। ਪਰ ਇੱਥੇ ਇੱਕ ਕੰਡੀਸ਼ਨ ਹੈ, ਜਿਹੜਾ ਏ ਹੋਏਗਾ ਉਹਦਾ ਡਿਟਰਮੀਨੇਟ ਕੀ ਹੋਣਾ ਚਾਹੀਦਾ ਸਾਡੇ ਕੋਲੇ ਨਾਨ 0 ਹੋਣਾ ਚਾਹੀਦਾ। ਠੀਕ ਹੈ, ਕਿਉਂਕਿ ਅਗਰ ਡਿਟਰਮੀਨੇਟ 0 ਹੋ ਗਿਆ ਤਾਂ ਉਹਦੀ ਇੱਕ ਆਈਗਨ ਵੈਲਿਊ 0 ਹੋ ਜਾਏਗੀ। ਅਗਰ ਇੱਕ ਵੀ ਆਈਗਨ ਵੈਲਿਊ 0 ਹੋ ਗਈ ਤਾਂ ਉਹਦਾ ਰੈਸੀਪ੍ਰੋਕਲ ਤਾਂ ਐਗਜ਼ਿਸਟ ਨਹੀਂ ਨਾ ਕਰਨਾ। ਤਾਂ ਕਰਕੇ ਇਹ ਰਿਜ਼ਲਟ ਸਿਰਫ ਨਾਨ ਸਿੰਗੂਲਰ ਮੈਟ੍ਰਿਕਸ ਲਈ ਹੈ। ਠੀਕ ਹੈ, ਤਾਂ ਇਨਵਰਸ ਦੀਆਂ ਇਸ ਤਰ੍ਹਾਂ ਨਿਕਾਲ ਸਕਦੇ ਹਾਂ। ਇਸ ਤੋਂ ਬਿਨਾਂ ਅਗਰ ਸਾਨੂੰ ਕਿਸੇ ਮੈਟ੍ਰਿਕਸ ਦੀਆਂ, ਜਿਵੇਂ ਮੰਨ ਲਓ ਏ ਦੀਆਂ ਆਈਗਨਸ ਵੈਲਿਊ ਦਿੱਤੀਆਂ ਹੋਈਆਂ ਨੇ ਸਾਨੂੰ 1 2 4, ਠੀਕ ਹੈ, ਤੇ ਸਾਨੂੰ ਏ ਸਕੁਅਰ ਦੀ ਆਈਗਨ ਵੈਲਿਊ ਕੱਢਣ ਨੂੰ ਕਿਹਾ, ਤਾਂ ਆਪਾਂ ਕੀ ਕਰ ਦਾਂਗੇ ਜਸਟ ਇਹਨਾਂ ਦਾ ਸਕੁਅਰ ਕਰ ਦਾਂਗੇ, ਜਿਵੇਂ 1 ਦਾ ਸਕੁਅਰ 2 ਦਾ ਸਕੁਅਰ 4 ਦਾ ਸਕੁਅਰ, ਤੇ ਏ ਸਕੁਅਰ ਦੀ ਆਈਗਨ ਵੈਲਿਊਜ਼ ਕੀ ਮਿਲ ਜਾਣੀ ਸਾਨੂੰ 1 4 16। ਠੀਕ ਹੈ, ਸਿਮਿਲਰ ਅਗਰ ਏ ਦੀ 5 ਕੱਢਣ ਨੂੰ ਕਿਹਾ ਤਾਂ ਅਸੀਂ ਕੀ ਕਰ ਦਾਂਗੇ ਇਹਨਾਂ ਦੀ ਪਾਵਰ ਕੀ ਕਰ ਦਾਂਗੇ 5 ਕਰ ਦਾਂਗੇ। ਤੇ ਇਹੀ ਜੋ ਥਰਡ ਪ੍ਰੋਪਰਟੀ ਹੈ ਸਾਡੀ, ਵੀ ਅਗਰ ਲੈਮਡਾ 1 ਲੈਮਡਾ 2 ਲੈਮਡਾ n ਆਈਗਨ ਵੈਲਿਊਜ਼ ਨੇ ਮੈਟ੍ਰਿਕਸ ਏ ਦੀਆਂ, ਤਾਂ ਏ ਰੇਸ ਟੂ ਪਾਵਰ ਕੇ ਦੀਆਂ ਆਈਗਨਸ ਵੈਲਿਊ ਕੀ ਹੋਣਗੀਆਂ, ਜਿਹੜੀਆਂ ਇਹ ਆਈਗਨ ਵੈਲਿਊਜ਼ ਨੇ ਇਹਨਾਂ ਦੀ ਪਾਵਰ ਕੇ ਕਰ ਦਾਂਗੇ ਅਸੀਂ। ਪਰ ਕੇ ਸਾਡੇ ਕੋਲ ਜਿਹੜੀ ਪਾਵਰ ਕਰਨੀ ਹੈ ਉਹ ਪੋਜ਼ਿਟਿਵ ਇੰਟੀਜਰ ਹੋਣੀ ਚਾਹੀਦੀ ਹੈ, ਐਵੇਂ ਨਹੀਂ ਕਿ ਪਾਵਰ ਆਪਾਂ ਨੈਗੇਟਿਵ ਇੰਟੀਜਰ ਕਰ ਦਈਏ। ਠੀਕ ਹੈ, ਇਸ ਤੋਂ ਬਾਅਦ ਚੌਥੀ ਪ੍ਰੋਪਰਟੀ ਹੈ ਸਾਡੀ ਦ ਆਈਗਨ ਵੈਲਿਊਜ਼ ਆਫ ਏ ਐਂਡ ਇਟਸ ਟਰਾਂਸਪੋਜ਼ ਆਰ ਇਕੁਅਲ। ਠੀਕ ਹੈ, ਇਹ ਪ੍ਰੋਪਰਟੀ ਇਹ ਕਹਿ ਰਹੀ ਹੈ ਵੀ ਅਗਰ ਏ ਦੀਆਂ ਆਈਗਨ ਵੈਲਿਊ ਲੈਮਡਾ 1 ਲੈਮਡਾ 2 ਐਂਡ ਲੈਮਡਾ n ਨੇ ਤਾਂ ਉਹਦੇ ਟਰਾਂਸਪੋਜ਼ ਦੀਆਂ ਆਈਗਨ ਵੈਲਿਊਜ਼ ਵੀ ਕੀ ਹੋਣਗੀਆਂ ਸੇਮ ਹੋਣਗੀਆਂ। ਤਾਂ ਟਰਾਂਸਪੋਜ਼ ਤੇ ਏ ਮੈਟ੍ਰਿਕਸ ਦੀ ਆਈਗਨ ਵੈਲਿਊ ਸਾਡੇ ਕੋਲੇ ਸੇਮ ਰਹਿੰਦੀ ਹੈ। ਇਸ ਤੋਂ ਬਾਅਦ ਪੰਜਵੀਂ ਪ੍ਰੋਪਰਟੀ ਹੈ। ਠੀਕ ਹੈ, ਮੰਨ ਲਓ ਏ ਮੈਟ੍ਰਿਕਸ ਆ ਸਾਡੇ ਕੋਲੇ,
ਜਿਹਦੀਆਂ ਆਈਗਨ ਵੈਲਿਊਜ਼ ਹੈਗੇ ਨੇ 1 2 4, ਮੈਂ ਵੈਸੇ ਕੋਈ ਐਗਜ਼ਾਮਪਲ ਲੈ ਲਈ, ਤਾਂ ਤੁਹਾਨੂੰ ਫਾਈਂਡ ਆਊਟ ਕਰਨ ਨੂੰ ਕਿਹਾ ਫਾਈਂਡ ਦਾ ਆਈਗਨ ਵੈਲਿਊਜ਼ ਆਫ ਏ ਸਕੇਅਰ ਪਲੱਸ 2a, ਠੀਕ ਹੈ। ਇਹਦੀਆਂ ਆਈਗਨ ਵੈਲਿਊਜ਼ ਫਾਈਂਡ ਆਊਟ ਕਰਨ ਨੂੰ ਕਿਹਾ, ਤਾਂ ਕਿਸ ਤਰ੍ਹਾਂ ਅਸੀਂ ਫਾਈਂਡ ਆਊਟ ਕਰਾਂਗੇ? ਦੇਖੋ a ਦੀਆਂ ਆਈਗਨ ਵੈਲਿਊਜ਼ ਅਗਰ ਸਾਡੇ ਕੋਲ ਪਤਾ ਨੇ ਤਾਂ ਅਸੀਂ 2a ਦੀਆਂ ਵੀ ਆਈਗਨ ਵੈਲਿਊਜ਼ ਫਾਈਂਡ ਆਊਟ ਕਰ ਸਕਦੇ ਹਾਂ। ਤਾਂ 2a ਦੀ ਆਈਗਨ ਵੈਲਿਊ ਫਾਈਂਡ ਆਊਟ ਕਰਨ ਲਈ ਸਾਨੂੰ ਬਸ ਮੈਟ੍ਰਿਕਸ ਜਿਹੜੀ ਆਈਗਨ ਵੈਲਿਊਜ਼ ਨੇ ਉਹਦੀ 2 ਨਾਲ ਮਲਟੀਪਲਾਈ ਹੋ ਜੂਗੀ, ਤਾਂ ਇਹ ਬਣ ਜਾਏਗਾ 2, ਅਗਰ ਇਹਦੀ ਮੈਂ 2 ਨਾਲ ਮਲਟੀਪਲਾਈ ਕਰਾਂ 4 ਤੇ 8, ਠੀਕ ਹੈ। ਕੋਈ ਵੀ ਅਗਰ ਦੇਖੋ ਇਹ ਰਿਜ਼ਲਟ ਹੀ ਹੈ ਸਾਡੇ ਕੋਲੇ, ਅਗਰ a ਦੀ ਆਈਗਨ ਵੈਲਿਊ λ1 λ2 ਤੇ λn ਨੇ, ਠੀਕ ਹੈ। ਅਗਰ k ਕੋਈ ਨਾਨ ਜ਼ੀਰੋ ਨੰਬਰ ਹੈ ਤਾਂ ਉਹਦੀਆਂ ਆਈਗਨ ਵੈਲਿਊਜ਼ ਕੀ ਹੋਣਗੀਆਂ ਸਾਡੇ ਕੋਲੇ? k λ1 k λ2 ਅਪ ਟੂ k λn। ਤਾਂ ਉਸੇ ਤਰ੍ਹਾਂ ਅਗਰ a ਦੀਆਂ ਆਈਗਨ ਵੈਲਿਊਜ਼ ਇਹ ਨੇ ਤਾਂ 2a ਦੀਆਂ ਇਹ ਹੋਣਗੀਆਂ। a ਦੀਆਂ ਆਈਗਨ ਵੈਲਿਊ ਆਪਣੇ ਕੋਲ 1 2 4 ਨੇ ਤਾਂ a ਸਕੁਅਰ ਦੀਆਂ ਆਈਗਨ ਵੈਲਿਊਜ਼ ਕਿੰਨੀਆਂ ਹੋਣਗੀਆਂ ਸਾਡੇ ਕੋਲੇ? ਇਹਦਾ ਸਕੁਅਰ ਕਰ ਦਾਂਗੇ ਆਪਾਂ 1 4 16। ਤਾਂ ਹੁਣ ਅਸੀਂ ਨਿਕਾਲਣੀ ਹੈ a ਸਕੁਅਰ ਪਲੱਸ 2a ਦੀਆਂ, ਤਾਂ ਇਹ ਕੀ ਹੋ ਜਾਏਗਾ? ਸਮ ਹੋ ਜਾਏਗਾ। ਜਿਵੇਂ a ਸਕੁਅਰ ਦੀ ਆਈਗਨ ਵੈਲਿਊ 1 4 ਤੇ 16 ਨੇ, 2a ਦੀਆਂ ਆਈਗਨ ਵੈਲਿਊ ਕਿੰਨੀਆਂ ਨੇ? 2 4 ਤੇ 8। ਤਾਂ ਕਰੋਸਪੋਂਡਿੰਗ ਆਈਗਨ ਵੈਲਿਊਜ਼ ਦਾ ਸਮ ਹੋ ਜਾਏਗਾ, ਜਿਵੇਂ 1 ਤੇ 2 ਐਡ ਹੋ ਜਾਣਗੇ, 4 ਤੇ 4 ਐਡ ਹੋ ਜਾਣਗੇ, 16 ਤੇ 8 ਐਡ ਹੋ ਜਾਣਗੇ। ਤਾਂ a ਸਕੁਅਰ ਪਲੱਸ 2a ਦੀਆਂ ਆਈਗਨ ਵੈਲਿਊ ਕਿੰਨੀਆਂ ਹੋ ਜਾਣਗੀਆਂ? 3 8 ਤੇ 24, ਠੀਕ ਹੈ। ਇਹਦੇ ਨਾਲ ਦੀ ਇੱਕ ਹੋਰ ਅਸੀਂ ਐਗਜ਼ਾਮਪਲ ਕਰਦੇ ਹਾਂ। ਜਿਵੇਂ ਦੇਖੋ a ਦੀਆਂ ਆਈਗਨ ਵੈਲਿਊ ਸਾਡੇ ਕੋਲੇ ਮੰਨ ਲਓ 2 5 6 ਨੇ, ਠੀਕ ਹੈ। ਤਾਂ ਸਾਨੂੰ ਆਈਗਨ ਵੈਲਿਊ ਕੱਢਣ ਨੂੰ ਕਿਹਾ ਹੈਗਾ a ਪਲੱਸ ਆਇਡੈਂਟੀਟੀ ਦੀਆਂ। ਤਾਂ ਆਇਡੈਂਟੀਟੀ ਮੈਟ੍ਰਿਕਸ ਦੀਆਂ ਆਈਗਨ ਵੈਲਿਊ ਸਾਨੂੰ ਪਤਾ 1 1 1 ਹੁੰਦੀਆਂ ਨੇ, ਠੀਕ ਹੈ। ਅਗਰ a ਦੀਆਂ ਆਈਗਨ ਵੈਲਿਊ 2 5 6 ਨੇ ਤਾਂ ਆਇਡੈਂਟੀਟੀ ਦੀਆਂ ਆਈਗਨ ਵੈਲਿਊਜ਼ ਕੀ ਨੇ? 1 1 1। ਤੇ ਇਹਦੀਆਂ ਸਾਰੇ ਦੀਆਂ ਆਈਗਨ ਵੈਲਿਊਜ਼ ਕੀ ਬਣ ਗਈਆਂ? 2 + 1 3, 5 + 1 6 ਤੇ 6 + 1 ਕਿੰਨਾ ਹੋ ਗਿਆ? 7, ਠੀਕ ਹੈ। ਇਹਦੇ ਨਾਲ ਹੀ ਇੱਕ ਐਗਜ਼ਾਮਪਲ ਹੋਰ ਹੈ। ਅਗਰ a ਦੀਆਂ ਆਈਗਨ ਵੈਲਿਊ ਸਾਡੇ ਕੋਲੇ ਮੰਨ ਲਓ 2 5 6 ਨੇ, ਠੀਕ ਹੈ। ਐਂਡ b ਦੀਆਂ ਆਈਗਨ ਵੈਲਿਊ b ਕੋਈ ਹੋਰ ਮੈਟ੍ਰਿਕਸ ਹੈ, ਠੀਕ ਹੈ, ਉਹਦੀਆਂ ਆਈਗਨ ਵੈਲਿਊ ਹੈਗੀਆਂ ਨੇ 1 5 6। ਤਾਂ a ਪਲੱਸ b ਦੀਆਂ ਆਈਗਨ ਵੈਲਿਊ ਇਹਨਾਂ ਦਾ ਕਰੋਸਪੋਂਡਿੰਗ ਸਮ ਨਹੀਂ ਹੋਏਗਾ, ਮਤਲਬ a ਪਲੱਸ b ਦੀਆਂ ਆਈਗਨ ਵੈਲਿਊ 3 10 ਤੇ 12 ਨਹੀਂ ਹੋਏਗਾ, ਇਹ ਗਲਤ ਹੈ, ਠੀਕ ਹੈ। ਇਹਦੇ ਨਾਲ ਕੋਈ ਤੁਸੀਂ ਸਕੇਲਰ ਮੈਟ੍ਰਿਕਸ ਤਾਂ ਐਡ ਕਰ ਸਕਦੇ ਹੋ, ਠੀਕ ਹੈ, ਤਾਂ ਕੋਈ ਹੋਰ ਮੈਟ੍ਰਿਕਸ ਨਹੀਂ ਐਡ ਕਰ ਸਕਦੇ, ਠੀਕ ਹੈ। ਜਿਵੇਂ ਦੇਖੋ ਮੈਂ ਅਗਰ ਇੱਕ ਇਹਦੇ ਨਾਲ ਦੀ ਹੋਰ ਸਮ ਕਰ ਲੈਣਾ, ਜਿਵੇਂ a ਦੀਆਂ ਆਈਗਨ ਵੈਲਿਊ ਮੇਰੇ ਕੋਲੇ ਮੰਨ ਲਓ 5 6 7 ਨੇ, ਠੀਕ ਹੈ। ਮੈਂ ਨਿਕਾਲਣੀ ਹੈ a ਪਲੱਸ 2i ਦੀਆਂ, ਤਾਂ ਇਹ ਹੈਗਾ ਆਇਡੈਂਟੀਟੀ ਮੈਟ੍ਰਿਕਸ ਸਾਡੇ ਕੋਲੇ, ਤੇ ਨਾਲ ਉਹਦੇ 2 ਮਲਟੀਪਲਾਈ ਹੋ ਰਿਹਾ, ਮਤਲਬ ਸਕੇਲਰ ਮਲਟੀਪਲਾਈ ਹੋ ਰਿਹਾ। ਇਹਦੀ ਆਈਗਨ ਵੈਲਿਊ ਅਸੀਂ ਸਮ ਕਰ ਸਕਦੇ ਹਾਂ, ਬਟ a ਪਲੱਸ b ਕੋਈ ਅਗਰ ਸਕੇਲਰ ਮੈਟ੍ਰਿਕਸ ਨਹੀਂ ਹੈਗਾ ਤਾਂ ਆਈਗਨ ਵੈਲਿਊ ਦਾ ਸਮ ਨਹੀਂ ਹੋ ਸਕਦਾ। ਤੇ ਇਹਦੀ ਆਈਗਨ ਵੈਲਿਊ ਮੇਰੇ ਕੋਲ 5 6 7 ਨੇ, 2 ਆਇਡੈਂਟੀਟੀ ਦੀ ਆਈਗਨ ਵੈਲਿਊ 1 1 1 ਹੁੰਦੀਆਂ ਨੇ, ਤੇ ਇਹ ਕਿੰਨਾ ਬਣ ਜਾਏਗਾ? 5 + 2 6 + 2 ਐਂਡ 7 + 2। ਤਾਂ ਆਈਗਨ ਵੈਲਿਊ ਕੀ ਬਣ ਗਿਆ? 7 8 9। ਇਸ ਤੋਂ ਬਾਅਦ ਅਸੀਂ ਕੁਝ ਸਪੈਸ਼ਲ ਮੈਟ੍ਰਿਕਸ ਦੀਆਂ ਆਈਗਨ ਵੈਲਿਊਜ਼ ਦੇ ਬਾਰੇ ਗੱਲ ਕਰਾਂਗੇ। ਜਿਵੇਂ ਕਿ ਪਹਿਲਾਂ ਸਾਡੇ ਕੋਲ ਹੈਗਾ ਸਿਮੈਟ੍ਰਿਕ ਮੈਟ੍ਰਿਕਸ। ਸਾਨੂੰ ਪਤਾ ਸਿਮੈਟ੍ਰਿਕ ਮੈਟ੍ਰਿਕਸ ਕਿਹੜਾ ਹੁੰਦਾ? ਜਦੋਂ ਕਿਸੇ ਮੈਟ੍ਰਿਕਸ ਦਾ ਟਰਾਂਸਪੋਜ਼ ਕਰਕੇ ਇਹ ਮੈਟ੍ਰਿਕਸ ਹੀ ਬਣ ਜਾਓ, ਕਿਹੜਾ ਮੈਟ੍ਰਿਕਸ ਹੁੰਦਾ? ਸਿਮੈਟ੍ਰਿਕ ਮੈਟ੍ਰਿਕਸ ਹੁੰਦਾ। ਤਾਂ ਸਿਮੈਟ੍ਰਿਕ ਮੈਟ੍ਰਿਕਸ ਦੀਆਂ ਆਈਗਨ ਵੈਲਿਊ ਬਾਰੇ ਇੱਕ ਸਪੈਸ਼ਲ ਸਾਡੇ ਕੋਲ ਪ੍ਰੋਪਰਟੀ ਹੈ ਵੀ ਜਿਹੜੀਆਂ ਆਈਗਨ ਵੈਲਿਊਜ਼ ਹੁੰਦੀਆਂ ਨੇ ਸਿਮੈਟ੍ਰਿਕ ਮੈਟ੍ਰਿਕਸ ਦੀਆਂ, ਉਹ ਹਮੇਸ਼ਾ ਕੀ ਹੁੰਦੀਆਂ ਨੇ? ਰੀਅਲ ਹੁੰਦੀਆਂ ਨੇ। ਪਰ ਜੋ ਐਂਟਰੀਜ਼ ਲੈਣੀਆਂ ਨੇ ਮੈਟ੍ਰਿਕਸ ਦੀਆਂ ਉਹ ਰੀਅਲ ਹੋਣੀਆਂ ਚਾਹੀਦੀਆਂ ਨੇ ਸਾਡੇ ਕੋਲ। ਜਿਵੇਂ ਮੈਂ ਕੋਈ ਐਗਜ਼ਾਮਪਲ ਲਈ 1 2 2 4, ਇਹ ਮੇਰੇ ਕੋਲ ਸਿਮੈਟ੍ਰਿਕ ਮੈਟ੍ਰਿਕਸ ਹੈ, ਤਾਂ ਇਹਦੀਆਂ ਆਈਗਨ ਵੈਲਿਊ ਜੋ ਵੀ ਹੋਣਗੀਆਂ, ਪਰ ਇੰਨੀ ਗੱਲ ਹੈ ਵੀ ਉਹਦੀਆਂ ਆਈਗਨ ਵੈਲਿਊ ਕੰਪਲੈਕਸ ਨੰਬਰ 'ਚ ਨਹੀਂ ਜਾਣਗੀਆਂ, ਠੀਕ ਹੈ, ਮਤਲਬ ਆਈਟਾ ਵਗੈਰਾ 'ਚ ਨਹੀਂ ਜਾਣਗੀਆਂ, ਤੇ ਇਹਦੀਆਂ ਆਈਗਨ ਵੈਲਿਊਜ਼ ਹਮੇਸ਼ਾ ਰੀਅਲ ਹੋਣਗੀਆਂ। ਪਰ ਜੇ ਮੈਂ ਐਂਟਰੀ ਇਸ ਤਰ੍ਹਾਂ ਲੈ ਲਾਂ, ਜਿਵੇਂ 1 0 0 ਆਈਟਾ ਲੈ ਲਾਂ, ਤਾਂ ਇਹਦੀਆਂ ਆਈਗਨ ਵੈਲਿਊਜ਼ ਤਾਂ ਸਾਨੂੰ ਪਤਾ ਜਿਹੜੀਆਂ ਹੈਗੀਆਂ ਨੇ ਉਹ ਕੰਪਲੈਕਸ 'ਚ ਲਈਆਂ ਗਈਆਂ, ਕਿਉਂਕਿ ਇਹਦੀਆਂ ਆਈਗਨ ਵੈਲਿਊਜ਼ ਕੀ ਹੋਣਗੀਆਂ? 1 ਤੇ ਆਈਟਾ ਹੋਣਗੀਆਂ ਨਾ। ਤਾਂ ਹੈਗਾ ਸਿਮੈਟ੍ਰਿਕ ਮੈਟ੍ਰਿਕਸ ਹੈ। ਸਿਮੈਟ੍ਰਿਕ ਮੈਟ੍ਰਿਕਸ ਦੀਆਂ ਆਈਗਨ ਵੈਲਿਊਜ਼ ਰੀਅਲ ਹੁੰਦੀਆਂ ਨੇ, ਪਰ ਜਿਹੜਾ ਮੈਟ੍ਰਿਕਸ ਹੈ ਉਹਦੀਆਂ ਐਂਟਰੀ ਕੀ ਹੋਣੀਆਂ ਚਾਹੀਦੀਆਂ ਨੇ? ਰੀਅਲ। ਇਸ ਤੋਂ ਬਾਅਦ ਸਾਡੇ ਕੋਲ ਸਕਿਊ ਸਿਮੈਟ੍ਰਿਕ ਮੈਟ੍ਰਿਕਸ ਹੈ। ਸਕਿਊ ਸਿਮੈਟ੍ਰਿਕ ਮੈਟ੍ਰਿਕਸ ਕਿਹੜਾ ਹੁੰਦਾ? ਜਿਹਦਾ ਟਰਾਂਸਪੋਜ਼ ਕਰਕੇ ਨੈਗੇਟਿਵ ਆਫ a ਆ ਜੀ, ਠੀਕ ਹੈ। ਤਾਂ ਇਹਦੀਆਂ ਆਈਗਨ ਵੈਲਿਊਜ਼ ਬਾਰੇ ਕੀ ਹੈ? ਇਹਦੀਆਂ ਆਈਗਨ ਵੈਲਿਊਜ਼ ਜਾਂ ਤਾਂ ਹੋਣਗੀਆਂ ਪਿਓਰਲੀ ਇਮੈਜਨਰੀ ਤੇ ਜਾਂ ਹੋਏਗੀ 0, ਠੀਕ ਹੈ। ਜਦ ਜੋ ਵੀ ਆਈਗਨ ਵੈਲਿਊਜ਼ ਹੋਣਗੀਆਂ ਜਾਂ ਤਾਂ ਉਹ ਇਸ ਤਰ੍ਹਾਂ ਦੀਆਂ ਹੋਣਗੀਆਂ ਪਲੱਸ ਮਾਈਨਸ ਆਈਟਾ ਵਗੈਰਾ, ਠੀਕ ਹੈ। ਉਹਦੇ ਵਿੱਚ ਜੋ ਜਿਵੇਂ ਆਈਗਨ ਵੈਲਿਊਜ਼ ਹੁੰਦੀਆਂ ਨੇ ਆਪਣੇ ਕੋਲ ਰੀਅਲ ਕੰਪਲੈਕਸ ਨੰਬਰ ਹੁੰਦੇ ਨੇ a ਪਲੱਸ ਆਈਟਾ ਵੀ, ਠੀਕ ਹੈ। ਤਾਂ ਜੋ ਰੀਅਲ ਪਾਰਟ ਹੈ a, ਉਹ ਹਮੇਸ਼ਾ ਕੀ ਹੋਏਗਾ? ਇਹਦੇ ਵਿੱਚ 0, ਮਤਲਬ ਜੋ ਵੀ ਆਈਗਨ ਵੈਲਿਊਜ਼ ਹੋਣਗੀਆਂ ਉਹਦੇ ਵਿੱਚ ਰੀਅਲ ਪਾਰਟ ਨਹੀਂ ਹੋਏਗਾ, ਤੇ ਜਾਂ ਉਹਦੀਆਂ ਆਈਗਨ ਵੈਲਿਊਜ਼ ਹੋਣਗੀਆਂ 0, ਠੀਕ ਹੈ। ਇਸ ਤਰ੍ਹਾਂ ਵੀ ਹੋ ਸਕਦੇ ਨੇ 0 ਪਲੱਸ ਮਾਈਨਸ 3 ਆਈਟਾ, ਠੀਕ ਹੈ। ਤਾਂ ਅਗਰ ਉਹਦਾ ਆਰਡਰ ਆਡ ਹੋਇਆ, ਅਗਰ ਕੋਈ ਕੰਪਲੈਕਸ ਸਕਿਊ ਸਿਮੈਟ੍ਰਿਕ ਮੈਟ੍ਰਿਕਸ ਹੈ ਮੰਨ ਲਓ a 3x3 ਦਾ, ਤੇ ਇਹਦਾ ਆਰਡਰ ਕੀ ਹੈ? ਆਡ। ਤਾਂ ਆਡ ਆਰਡਰ ਦਾ ਕੋਈ ਵੀ ਸਕਿਊ ਸਿਮੈਟ੍ਰਿਕ ਮੈਟ੍ਰਿਕਸ ਹੋਏਗਾ ਤਾਂ ਉਹਦਾ ਡਿਟਰਮੀਨੇਟ ਸਾਨੂੰ ਪਤਾ ਕੀ ਹੁੰਦਾ ਗਾ? 0।
ਅਗਰ ਕਿਸੇ ਮੈਟ੍ਰਿਕਸ ਦਾ ਡਿਟਰਮੀਨੇਟ 0 ਆ ਗਿਆ ਤਾਂ ਉਹਦੀ ਇੱਕ ਆਈਗਨ ਵੈਲਿਊਜ਼ ਤਾਂ ਪੱਕਾ ਕੀ ਹੁੰਦੀ ਹੈ 0। ਮਤਲਬ ਜੇ ਆਡ ਆਰਡਰ ਦਾ ਸਕਿਊ ਸਿਮੈਟ੍ਰਿਕ ਮੈਟ੍ਰਿਕਸ ਆ ਉਹਦੀ ਐਟਲੀਸਟ 1 ਆਈਗਨ ਵੈਲਿਊ ਸਾਡੇ ਕੋਲ ਕੀ ਹੋਏਗੀ 0। ਇਸ ਤੋਂ ਬਾਅਦ ਸਾਡੇ ਕੋਲ ਹਰਮੀਸ਼ਨ ਮੈਟ੍ਰਿਕਸ ਹੈ। ਅਗਰ ਏ ਥੀਟਾ ਕਰਕੇ ਏ ਆ ਜੇ ਤਾਂ ਉਹ ਕਿਹੜਾ ਮੈਟ੍ਰਿਕਸ ਹੁੰਦਾ ਹਰਮੀਸ਼ਨ ਮੈਟ੍ਰਿਕਸ। ਇਹਦੀਆਂ ਵੀ ਆਈਗਨ ਵੈਲਿਊਜ਼ ਹਮੇਸ਼ਾ ਕੀ ਹੁੰਦੀਆਂ ਨੇ ਰੀਅਲ ਹੁੰਦੀਆਂ ਨੇ ਜਿਵੇਂ ਕਿ ਸਿਮੈਟ੍ਰਿਕ ਮੈਟ੍ਰਿਕਸ ਦੀਆਂ ਹੁੰਦੀਆਂ ਨੇ। ਤਾਂ ਸਕਿਊ ਸਿਮੈਟ੍ਰਿਕ ਮੈਟ੍ਰਿਕਸ ਸਿਮਿਲਰ ਸਕਿਊ ਸਿਮੈਟ੍ਰਿਕ ਮੈਟ੍ਰਿਕਸ ਦੇ ਇਕੁਅਲ ਹੈ ਸਕਿਊ ਹਰਮੀਸ਼ਨ ਮੈਟ੍ਰਿਕਸ। ਤਾਂ ਇਹ ਸਕਿਊ ਹਰਮੀਸ਼ਨ ਮੈਟ੍ਰਿਕਸ ਕੀ ਹੁੰਦਾ ਅਗਰ ਏ ਥੀਟਾ ਇਕੁਅਲ ਟੂ ਨੈਗੇਟਿਵ ਆਫ ਏ ਆ ਜੇ ਤਾਂ ਉਹ ਕੀ ਹੁੰਦਾ ਸਕਿਊ ਹਰਮੀਸ਼ਨ ਮੈਟ੍ਰਿਕਸ ਹੈ। ਇਹਦੀਆਂ ਆਈਗਨ ਵੈਲਿਊਜ਼ ਵੀ ਜਾਂ ਤਾਂ ਪਿਓਰਲੀ ਇਮੈਜਨਰੀ ਹੋਣਗੀਆਂ ਤੇ ਜਾਂ ਕੀ ਹੋਣਗੀਆਂ 0 ਜਿਵੇਂ ਕਿ ਆਪਣੇ ਕੋਲੇ ਸਕਿਊ ਸਿਮੈਟ੍ਰਿਕ ਮੈਟ੍ਰਿਕਸ। ਇਸ ਤੋਂ ਬਾਅਦ ਸਾਡੇ ਦੋ ਇੰਪੋਰਟੈਂਟ ਮੈਟ੍ਰਿਕਸ ਨੇ, ਇੱਕ ਆਰਥੋਗੋਨਲ ਮੈਟ੍ਰਿਕਸ ਹੈ ਇੱਕ ਯੂਨਿਟਰੀ ਮੈਟ੍ਰਿਕਸ ਹੈ। ਇਹਨਾਂ ਨਾਲ ਰਿਲੇਟਡ ਸਾਨੂੰ ਕੁਐਸਚਨਸ ਐਗਜ਼ਾਮ ਦੇ ਵਿੱਚ ਜ਼ਰੂਰ ਮਿਲ ਜਾਂਦੇ ਨੇ। ਠੀਕ ਹੈ, ਜਿਹੜਾ ਆਰਥੋਗੋਨਲ ਮੈਟ੍ਰਿਕਸ ਹੁੰਦਾ ਹੈ ਉਹ ਇੱਕ ਇਹੋ ਜਿਹਾ ਮੈਟ੍ਰਿਕਸ ਹੁੰਦਾ ਜਿਹਦਾ A ਤੇ A ਟਰਾਂਸਪੋਜ਼ ਦੀ ਮਲਟੀਪਲਾਈ ਕਰਾਂ ਤਾਂ ਆਇਡੈਂਟੀਟੀ ਮੈਟ੍ਰਿਕਸ ਬਣ ਜੇ। ਠੀਕ ਹੈ, ਇਹਦੀਆਂ ਜੋ ਆਈਗਨ ਵੈਲਿਊਜ਼ ਹੁੰਦੀਆਂ ਨੇ ਸਾਰੀਆਂ ਆਈਗਨ ਵੈਲਿਊਜ਼ ਦਾ ਅਬਸੋਲੂਟ ਵੈਲਿਊ 1 ਹੁੰਦੀ ਹੈ। ਮਤਲਬ ਉਹਦੀ ਆਈਗਨ ਵੈਲਿਊ ਦਾ ਅਗਰ ਮੈਂ ਮੋਡੂਲਸ ਨਿਕਾਲਾਂ ਤਾਂ ਉਹ ਕੀ ਮਿਲਦਾ ਸਾਨੂੰ 1 ਮਿਲਦਾ। ਠੀਕ ਹੈ, ਤਾਂ ਇਹਦੇ ਇੱਕ ਹੋਰ ਵੀ ਜੋ ਪ੍ਰੋਪਰਟੀ ਹੁੰਦੀ ਆ ਖਾਸ ਉਹ ਅਸੀਂ ਕਰ ਲੈਂਦੇ ਆ। ਅਗਰ ਲੈਮਡਾ ਆਈਗਨ ਵੈਲਿਊ ਹੈ A ਦੀ ਤੇ A ਕੀ ਆਰਥੋਗੋਨਲ ਮੈਟ੍ਰਿਕਸ ਤਾਂ 1/ਲੈਮਡਾ ਵੀ ਇਹਦੀ ਇੱਕ ਆਈਗਨ ਵੈਲਿਊ ਹੋਏਗੀ। ਠੀਕ ਹੈ, ਇਸ ਨੂੰ ਅਸੀਂ ਪ੍ਰੂਵ ਕਰ ਲੈਂਦੇ ਆ। ਮੰਨ ਲਓ ਲੈਮਡਾ ਆਈਗਨ ਵੈਲਿਊ ਹੈ ਇਹਦੀ। ਠੀਕ ਹੈ, ਤਾਂ 1/ਲੈਮਡਾ ਕਿਹਦੀ ਆਈਗਨ ਵੈਲਿਊ ਹੋਏਗੀ A ਇਨਵਰਸ ਦੀ। ਤੇ ਸਾਨੂੰ ਪਤਾ ਹੈ ਆਰਥੋਗੋਨਲ ਮੈਟ੍ਰਿਕਸ ਦੇ ਵਿੱਚ A ਇਨਵਰਸ ਕਿਹਦੇ ਇਕੁਅਲ ਹੁੰਦਾ ਉਹਦੇ ਟਰਾਂਸਪੋਜ਼ ਦੇ ਇਕੁਅਲ ਹੁੰਦਾ। ਤੇ ਇਹਦਾ ਮਤਲਬ 1/ਲੈਮਡਾ ਕਿਹਦੀ ਆਈਗਨ ਵੈਲਿਊ ਹੋਏਗੀ A ਟਰਾਂਸਪੋਜ਼ ਦੀ ਇਕੁਅਲ ਹੋਏਗੀ। ਤਾਂ ਅਸੀਂ ਪ੍ਰੋਪਰਟੀ ਕੀਤੀ ਹੋਈ ਹੈ ਵੀ A ਟਰਾਂਸਪੋਜ਼ ਤੇ A ਦੀਆਂ ਆਈਗਨ ਵੈਲਿਊਜ਼ ਕੀ ਹੁੰਦੀਆਂ ਨੇ ਸਾਡੇ ਕੋਲੇ ਸੇਮ। ਤਾਂ 1/ਲੈਮਡਾ ਕਿਹਦੀ ਆਈਗਨ ਵੈਲਿਊ ਆ ਗਈ A ਦੀ ਆ ਗਈ। ਮਤਲਬ ਅਗਰ ਲੈਮਡਾ A ਦੀ ਆਈਗਨ ਵੈਲਿਊ ਹੈ ਤੇ A ਆਰਥੋਗੋਨਲ ਮੈਟ੍ਰਿਕਸ ਆ ਤਾਂ 1/ਲੈਮਡਾ ਵੀ A ਦੀ ਆਈਗਨ ਵੈਲਿਊ ਹੋਏਗੀ। ਠੀਕ ਹੈ, ਤੇ ਇਹਦੀ ਇੱਕ ਹੋਰ ਖਾਸੀਅਤ ਬਣਦੀ ਹੈ, ਦੇਖੋ ਜੋ ਪ੍ਰੋਡਕਟ ਆਫ ਆਈਗਨ ਵੈਲਿਊ ਹੁੰਦਾ ਹੈ, ਪ੍ਰੋਡਕਟ ਆਫ ਆਈਗਨ ਵੈਲਿਊਜ਼ ਉਹ ਕਿਹਦੇ ਇਕੁਅਲ ਹੁੰਦਾ ਸਾਡੇ ਕੋਲੇ ਡਿਟਰਮੀਨੇਟ ਆਫ ਇਹਦੇ ਇਕੁਅਲ ਹੁੰਦਾ। ਤਾਂ ਪ੍ਰੋਡਕਟ ਆਫ ਆਈਗਨ ਵੈਲਿਊਜ਼ ਦੇ ਵਿੱਚ ਸਾਨੂੰ ਪਤਾ ਅਗਰ ਇੱਕ ਆਈਗਨ ਵੈਲਿਊ ਆਰਥੋਗੋਨਲ ਮੈਟ੍ਰਿਕਸ ਦੀ ਲੈਮਡਾ ਹੋਈ ਤਾਂ ਦੂਜੀ 1/ਲੈਮਡਾ ਹੋਏਗੀ। ਠੀਕ ਹੈ, ਲੈਮਡਾ 1 ਲੈਟ ਕਰ ਲੈਣਾ। ਸਿਮਿਲਰ ਇੱਕ ਲੈਮਡਾ 2 ਹੋਈ ਤਾਂ ਦੂਜੀ ਕੀ ਹੋਏਗੀ 1/ਲੈਮਡਾ 2। ਇਸੇ ਤਰ੍ਹਾਂ ਕਰਾਂਗੇ ਜਦੋਂ ਪ੍ਰੋਡਕਟ ਤੇ ਸਾਰੀਆਂ ਇੱਕ ਦੂਜੇ ਨਾਲ ਕੈਂਸਲ ਹੋ ਜਾਣਗੇ ਤਾਂ ਕੈਂਸਲ ਹੋ ਕੇ ਸਿਰਫ ਕੀ ਬਚੇਗਾ 1 ਜਾਂ -1। ਠੀਕ ਹੈ, ਕਿਉਂਕਿ 1 ਤੇ -1 ਦਾ ਆਪਾਂ ਰੈਸੀਪ੍ਰੋਕਲ ਕਰੀਏ ਤਾਂ ਸੇਮ ਹੀ ਰਹਿ ਜਾਂਦਾ। ਤੇ ਇਹਦਾ ਡਿਟਰਮੀਨੇਟ ਹਮੇਸ਼ਾ ਕੀ ਹੁੰਦਾ ਆਰਥੋਗੋਨਲ ਮੈਟ੍ਰਿਕਸ ਦਾ ਜਾਂ +1 ਜਾਂ -1। ਠੀਕ ਹੈ, ਤੇ ਆਰਥੋਗੋਨਲ ਮੈਟ੍ਰਿਕਸ ਬਾਰੇ ਸੀ। ਇਸ ਤੋਂ ਬਾਅਦ ਹੈ ਸਾਡੇ ਕੋਲੇ ਯੂਨਿਟਰੀ ਮੈਟ੍ਰਿਕਸ। ਯੂਨਿਟਰੀ ਮੈਟ੍ਰਿਕਸ ਵੀ ਸਿਮਿਲਰ ਆਰਥੋਗੋਨਲ ਮੈਟ੍ਰਿਕਸ ਦੇ ਵਾਂਗੂ ਹੁੰਦਾ ਹੈ। ਅਗਰ A ਥੀਟਾ ਕਰਕੇ ਆਇਡੈਂਟੀਟੀ ਮੈਟ੍ਰਿਕਸ ਬਣੇ ਤਾਂ ਉਹ ਕਿਹੜਾ ਮੈਟ੍ਰਿਕਸ ਹੁੰਦਾ ਸਾਡੇ ਕੋਲੇ ਯੂਨਿਟਰੀ ਮੈਟ੍ਰਿਕਸ ਹੈ। ਤਾਂ ਯੂਨਿਟਰੀ ਮੈਟ੍ਰਿਕਸ ਦੀਆਂ ਵੀ ਜਿਹੜੀਆਂ ਆਈਗਨ ਵੈਲਿਊਜ਼ ਹੁੰਦੀਆਂ ਨੇ ਉਹ ਯੂਨਿਟ ਮੋਡਲਸ ਹੁੰਦੀਆਂ ਨੇ। ਤੇ ਇਹਦੇ ਨਾਲ ਦੋਨਾਂ ਨਾਲ ਅਸੀਂ ਇੱਕ ਐਗਜ਼ਾਮਪਲ ਇਸ ਨਾਲ ਰਿਲੇਟਡ ਅਸੀਂ ਕਰ ਲੈਂਦੇ ਹਾਂ। ਐਗਜ਼ਾਮਪਲ ਹੈ ਇਫ ਆਈਟਾ ਇਜ਼ ਐਨ ਆਈਗਨ ਵੈਲਿਊ ਆਫ ਆਰਥੋਗੋਨਲ ਮੈਟ੍ਰਿਕਸ ਦੈਨ ਸੈਕੰਡ ਆਈਗਨ ਵੈਲਿਊ ਦੱਸਣੀ ਇਹਦੀ ਕੀ ਹੋਏਗੀ। ਠੀਕ ਹੈ, ਤਾਂ ਦੇਖੋ ਅਸੀਂ ਕੀਤਾ ਹੋਇਆ ਅਗਰ ਆਈਟਾ ਆਈਗਨ ਵੈਲਿਊ ਆ ਤਾਂ ਉਹਦੀ ਜੇ ਲੈਮਡਾ ਆਈਗਨ ਵੈਲਿਊ ਹੁੰਦੀ ਹੈ A ਦੀ ਤਾਂ 1/ਲੈਮਡਾ ਵੀ A ਦੀ ਆਈਗਨ ਵੈਲਿਊ ਹੁੰਦੀ ਹੈ। ਅਗਰ A ਆਰਥੋਗੋਨਲ ਮੈਟ੍ਰਿਕਸ ਹੈ ਜੇ ਆਈਟਾ ਆਈਗਨ ਵੈਲਿਊ ਹੈ A ਦੀ ਤਾਂ 1/ਆਈਟਾ ਵੀ ਆਈਗਨ ਵੈਲਿਊ A ਦੀ ਹੋਏਗੀ। ਤਾਂ ਕਿਹੜਾ ਆਪਸ਼ਨ ਸਾਡਾ ਹੋ ਗਿਆ D ਆਪਸ਼ਨ। ਸਿਮਿਲਰ ਅਗਰ ਸੈਕੰਡ ਐਗਜ਼ਾਮਪਲ ਹੈ A ਕੀ ਹੈ ਸਾਡੇ ਕੋਲ ਯੂਨਿਟਰੀ ਮੈਟ੍ਰਿਕਸ, ਅਸੀਂ ਫਾਈਂਡ ਆਊਟ ਕਰਨੀ ਆਈਗਨ ਵੈਲਿਊਜ਼ ਆਫ A ਦੀਆਂ। ਤਾਂ A ਦੀਆਂ ਆਈਗਨ ਵੈਲਿਊ ਕੀ ਹੁੰਦੀਆਂ ਨੇ ਸਾਨੂੰ ਪਤਾ ਯੂਨਿਟਰੀ ਮੈਟ੍ਰਿਕਸ ਦੀਆਂ ਆਈਗਨ ਵੈਲਿਊ ਦਾ ਜਿਹੜਾ ਮੋਡੂਲਸ ਹੁੰਦਾ ਉਹ ਕਿਹਦੇ ਇਕੁਅਲ ਹੁੰਦਾ ਹੈਗਾ 1 ਦੇ ਇਕੁਅਲ ਹੁੰਦਾ। ਤਾਂ ਇਹਦੇ ਵਿੱਚ ਦੇਖੀਏ ਜਿਹੜੀਆਂ ਆਈਗਨ ਵੈਲਿਊਜ਼ ਦਾ ਅਬਸੋਲੂਟ ਵੈਲਿਊ 1 ਹੋਏਗੀ ਉਹ ਸਾਡਾ ਆਨਸਰ ਹੋਏਗਾ। ਠੀਕ ਹੈ, ਤਾਂ ਹੁਣ ਇਹਦੇ ਵਿੱਚ ਤਾਂ 0 ਆ ਰਹੀ ਹੈ, 0 ਦੀ ਅਬਸੋਲੂਟ ਵੈਲਿਊ ਤਾਂ 0 ਹੁੰਦੀ ਹੈ ਤੇ ਇਹ ਤਾਂ ਆਪਸ਼ਨ ਨਹੀਂ ਹੋਏਗੀ। ਅਗਰ ਮੈਂ ਇਹਦੀ ਅਬਸੋਲੂਟ ਵੈਲਿਊ ਕੱਢਾਂ 1 ਆਈਟਾ ਦੀ ਤਾਂ ਇਹ ਆਏਗੀ √1 + 1 ਦਾ ਸਕੁਅਰ। ਤੇ ਇਹ ਆ ਜਾਏਗੀ 1 + 1 ਕਿੰਨਾ ਆ ਗਿਆ √2। ਤਾਂ 1 ਨਹੀਂ ਆਇਆ ਤੇ ਇਹ ਵੀ ਆਪਸ਼ਨ ਨਹੀਂ ਹੋਏਗੀ। ਅਗਰ ਮੈਂ ਇਸ ਦਾ ਨਿਕਾਲਾਂ ਇਹ ਬਣ ਜਾਏਗਾ 3 ਦਾ ਸਕੁਅਰ + 2 ਦਾ ਸਕੁਅਰ, ਇਹ ਬਣ ਗਿਆ 9 + 4 √13। ਤਾਂ ਇਹ ਵੀ ਸਾਡੀ ਆਨਸਰ ਨਹੀਂ ਹੋਏਗਾ। ਤਾਂ ਕੀ ਬਚਿਆ ਆਨਸਰ ਸੀ, ਤਾਂ ਇਹ ਸੀ ਆਨਸਰ ਹੋਏਗਾ। ਤਾਂ ਇਸ ਤੋਂ ਬਾਅਦ ਕੁਝ ਹੋਰ ਨੇ 3 ਜਿਹੜੇ ਰਹਿ ਗਏ। ਇਹਦੇ ਵਿੱਚ ਇੱਕ ਹੈ ਨਿਲਪੋਟੈਂਟ ਮੈਟ੍ਰਿਕਸ। ਨਿਲਪੋਟੈਂਟ ਮੈਟ੍ਰਿਕਸ ਕਿਹੜਾ ਹੁੰਦਾ ਅਗਰ ਕੋਈ ਮੈਟ੍ਰਿਕਸ ਹੈ A n×n ਦਾ। ਠੀਕ ਹੈ, ਅਗਰ ਕੋਈ K ਇਹੋ ਜਿਹਾ ਨੰਬਰ ਐਗਜ਼ਿਸਟ ਕਰਦੇ ਜਿਹਦੀ ਪਾਵਰ ਕਰਕੇ 0 ਬਣ ਜੇ ਤਾਂ ਉਹ ਕਿਹੜਾ ਮੈਟ੍ਰਿਕਸ ਹੁੰਦਾ ਨਿਲਪੋਟੈਂਟ। ਨਿਲਪੋਟੈਂਟ ਮੈਟ੍ਰਿਕਸ ਦੀਆਂ ਜਿਹੜੀਆਂ ਆਈਗਨ ਵੈਲਿਊ ਹੁੰਦੀਆਂ ਨੇ ਹਮੇਸ਼ਾ ਸਾਰੀਆਂ ਕੀ ਹੁੰਦੀਆਂ ਨੇ 0 ਹੁੰਦੀਆਂ। ਕੋਈ ਵੀ ਆਈਗਨ ਵੈਲਿਊ ਨਾਨ 0 ਨਹੀਂ ਹੁੰਦੀ, ਸਾਰੀਆਂ ਆਈਗਨ ਵੈਲਿਊਜ਼ 0 ਹੁੰਦੀਆਂ। ਇਸ ਤੋਂ ਬਾਅਦ ਹੈ ਇਡੈਂਪੋਟੈਂਟ ਮੈਟ੍ਰਿਕਸ। ਇਡੈਂਪੋਟੈਂਟ ਮੈਟ੍ਰਿਕਸ ਕਿਹੜਾ ਹੁੰਦਾ A² = A ਬਣ ਜੇ। ਠੀਕ ਹੈ, ਇਹਦੀਆਂ ਆਈਗਨ ਵੈਲਿਊ ਜਾਂ ਤਾਂ 0 ਹੋਣਗੀਆਂ ਜਾਂ 1 ਹੋਣਗੀਆਂ। ਇਸ ਤੋਂ ਬਿਨਾਂ ਹੋਰ ਕੋਈ ਆਈਗਨ ਵੈਲਿਊ ਨਹੀਂ ਹੋ ਸਕਦੀ। ਜਿਵੇਂ ਦੇਖ ਲੈਂਦੇ ਆਪਾਂ, ਜਿਵੇਂ A² = A ਹੈ, ਇਹਨੂੰ ਮੈਂ ਲਿਖ ਸਕਦਾ A² - A = 0। ਦੇਖੋ ਇਹ ਕੋਈ ਇਕੁਏਸ਼ਨ ਬਣਦੀ ਪਈ ਆ ਜਿਹੜੀ A ਸੈਟੀਸਫਾਈ ਕਰਦਾ ਪਿਆ। ਮਤਲਬ ਇਸ ਨੂੰ ਮੈਂ ਲਿਖ ਸਕਦਾ x² - x = 0।
ਇਹਦੇ ਵਿੱਚ x ਕਾਮਨ ਕੱਢਣਾ ਤਾਂ x - 1 ਬਣ ਜਾਏਗਾ। ਠੀਕ ਹੈ, ਤਾਂ ਇੱਥੋਂ ਦੋ ਗੱਲਾਂ ਹੋ ਸਕਦੀਆਂ, ਜਾਂ ਤਾਂ x 0 ਹੋਏਗਾ ਜਾਂ x 1 ਹੋਏਗਾ। ਤਾਂ ਆਈਗਨ ਵੈਲਿਊਜ਼ ਜੋ ਹੋਣਗੀਆਂ ਡੈਂਪੋਨੈਂਟ ਮੈਟ੍ਰਿਕਸ ਦੀਆਂ, ਜਾਂ ਤਾਂ 0 ਹੋਣਗੀਆਂ ਜਾਂ 1 ਹੋਣਗੀਆਂ, ਇਸ ਤੋਂ ਬਿਨਾਂ ਹੋਰ ਕੁਝ ਨਹੀਂ ਹੋਏਗੀ। ਸਿਮਿਲਰ ਇਨਵੋਲੂਟਰੀ ਮੈਟ੍ਰਿਕਸ ਹੁੰਦਾ ਸਾਡੇ ਕੋਲੇ। ਇਨਵੋਲੂਟਰੀ ਮੈਟ੍ਰਿਕਸ ਉਹ ਹੁੰਦਾ ਜਿਹਦਾ ਸਕੁਅਰ ਕਰਕੇ ਆਇਡੈਂਟੀਟੀ ਮੈਟ੍ਰਿਕਸ ਬਣ ਜੇ। ਸਿਮਿਲਰ ਇਹਨੂੰ ਵੀ ਸੋਲਵ ਕਰ ਲੈਂਦੇ ਆਪਾਂ। a ਸਕੁਅਰ - i 0 ਬਣ ਗਿਆ। ਅਗਰ ਇਹਨੂੰ ਮੈਂ ਪੋਲੀਨੋਮੀਅਲ ਫਾਰਮ 'ਚ ਲਿਖਾਂ ਤਾਂ ਇਹ ਬਣ ਜਾਊ x ਸਕੁਅਰ - 1 = 0। ਇੱਥੇ ਦੋ ਵੈਲਿਊਜ਼ ਮਿਲ ਗਈਆਂ, x - 1 x + 1। x ਦੀਆਂ ਦੋ ਵੈਲਿਊਜ਼ ਹੋ ਸਕਦੀਆਂ ਨੇ, ਜਾਂ 1 ਜਾਂ -1, ਮਤਲਬ ਇਹਦੀਆਂ ਦੋ ਆਈਗਨ ਵੈਲਿਊਜ਼ ਹੀ ਹੋ ਸਕਦੀਆਂ ਨੇ, ਜਾਂ 1 ਜਾਂ -1। ਠੀਕ ਹੈ, ਤੇ ਕੁਝ ਖਾਸ ਸਾਡੇ ਕੋਲੇ ਮੈਟ੍ਰਿਕਸ ਸੀ ਜਿਨ੍ਹਾਂ ਦੀਆਂ ਅਸੀਂ ਆਈਗਨ ਵੈਲਿਊਜ਼ ਡਾਇਰੈਕਟ ਯਾਦ ਰੱਖ ਸਕਦੇ ਹਾਂ, ਜਾਂ ਸਾਡੇ ਕੋਲੇ ਕੁਐਸਚਨ ਜੋ ਵੀ ਬਣੇਗਾ ਉਹ ਡਾਇਰੈਕਟ ਵੈਲਿਊਜ਼ ਤੇ ਬਣੇਗਾ। ਜਿਵੇਂ ਆਇਡੈਂਪੋਨੈਂਟ ਮੈਟ੍ਰਿਕਸ ਦਾ ਬਣ ਗਿਆ, ਤਾਂ ਇਹਦੀਆਂ ਆਈਗਨ ਵੈਲਿਊਜ਼ ਕੀ ਹੋ ਸਕਦੀਆਂ ਨੇ। ਠੀਕ ਹੈ, ਤੇ ਇਸ ਤਰ੍ਹਾਂ ਦਾ ਕੁਐਸਚਨ ਸਾਡੇ ਕੋਲੇ ਬਣ ਸਕਦਾ। ਇਸ ਤੋਂ ਬਾਅਦ ਇੱਕ ਇੰਪੋਰਟੈਂਟ ਥਿਓਰਮ ਹੈ, ਕੈਲੇ ਹੈਮਿਲਟਨ ਥਿਓਰਮ। ਇਹਦੀ ਸਟੇਟਮੈਂਟ ਕੀ ਹੈ? ਐਵਰੀ ਸਕੁਅਰ ਮੈਟ੍ਰਿਕਸ ਸੈਟਿਸਫਾਈਜ਼ ਇਟਸ ਓਨ ਕਰੈਕਟਰਿਸਟਿਕ ਇਕੁਏਸ਼ਨ। ਮਤਲਬ ਕੋਈ ਵੀ ਸਕੁਅਰ ਮੈਟ੍ਰਿਕਸ ਹੋਏਗਾ ਉਹ ਆਪਣੀ ਕਰੈਕਟਰਿਸਟਿਕ ਇਕੁਏਸ਼ਨ ਨੂੰ ਸੈਟਿਸਫਾਈ ਕਰੇਗਾ। ਇਹਦੀ ਸਟੇਟਮੈਂਟ ਦੋਨਾਂ ਪੇਪਰਾਂ ਦੇ ਵਿੱਚ ਸਾਡੇ ਕੋਲ ਆਈ ਹੋਈ ਹੈ ਤੇ ਇੰਪੋਰਟੈਂਟ ਹੈ। ਇਹਨੂੰ ਤੁਸੀਂ ਇਸ ਤਰ੍ਹਾਂ ਯਾਦ ਰੱਖ ਸਕਦੇ ਹੋ, ਐਸਟੇਜ ਪੇਪਰ ਦੇ ਵਿੱਚ ਆਉਂਦੀ ਹੈ। ਆਪਾਂ ਇਹਦਾ ਪ੍ਰੂਫ ਕਰ ਵੀ ਲੈਂਦੇ ਇੱਕ ਐਗਜ਼ਾਮਪਲ, ਜ਼ਿਆਦਾ ਪਤਾ ਲੱਗ ਜਾਏਗੀ। ਤਾਂ ਦੇਖੋ A ਕੋਈ ਮੰਨ ਲਓ 2x2 ਦਾ ਮੈਟ੍ਰਿਕਸ ਹੈ। ਠੀਕ ਹੈ, ਤੇ ਇਹਦੀ ਕਰੈਕਟਰਿਸਟਿਕ ਇਕੁਏਸ਼ਨ ਸਾਨੂੰ ਡਾਇਰੈਕਟ ਲਿਖਣੀ ਆਉਂਦੀ ਹੈ। ਕੀ ਹੁੰਦੀ ਹੈ? ਲੈਮਡਾ ਸਕੁਅਰ ਮਾਈਨਸ ਟਰੇਸ ਆਫ A ਲੈਮਡਾ ਪਲੱਸ ਡਿਟਰਮੀਨੇਟ ਆਫ A। ਤਾਂ ਟਰੇਸ ਕਰਨਾ ਇਹਦਾ 3 + 1 4, ਡਿਟਰਮੀਨੇਟ ਕਰਨਾ ਗਾ 3 - 0 ਕਰਨਾ ਆ ਗਿਆ 3। ਤਾਂ ਇਹ ਬਣ ਗਈ ਸਾਡੇ ਕੋਲ ਕਰੈਕਟਰਿਸਟਿਕ ਇਕੁਏਸ਼ਨ। ਹੁਣ ਜਿਹੜਾ A ਹੋਏਗਾ ਇਸ ਕਰੈਕਟਰਿਸਟਿਕ ਇਕੁਏਸ਼ਨ ਨੂੰ ਕੀ ਕਰੇਗਾ? ਸੈਟਿਸਫਾਈ ਕਰੇਗਾ। ਮਤਲਬ ਲੈਮਡਾ ਦੀ ਜਗ੍ਹਾ ਤੇ ਅਗਰ ਮੈਂ A ਬਣਾ ਦਿਆਂ ਤੇ ਇੱਕ ਆਪਣੇ ਕੋਲ ਇਕੁਏਸ਼ਨ ਬਣ ਗਈ, ਤੇ ਇਹਨੂੰ ਅਸੀਂ ਸੋਲਵ ਕਰਦੇ ਹਾਂ। A ਸਕੁਅਰ ਦੀ ਵੈਲੂ ਕੱਢ ਲਈ ਪਹਿਲਾਂ, ਫਿਰ ਇਹਦੇ ਵਿੱਚ A ਦੀ ਵੈਲੂ, A ਸਕੁਅਰ ਦੀ A ਦੀ ਤੇ ਆਇਡੈਂਟੀਟੀ ਦੀ ਵੈਲੂ ਪੁੱਟ ਕਰਕੇ ਸੋਲਵ ਕੀਤਾ ਤਾਂ ਕੀ ਆ ਗਿਆ? ਸਾਡੇ ਕੋਲੇ 0 ਆ ਗਿਆ। ਮਤਲਬ ਇਹ ਹੋਇਆ ਵੀ ਜੋ A ਹੈ ਇਸ ਦੀ ਕਰੈਕਟਰਿਸਟਿਕ ਇਕੁਏਸ਼ਨ ਨੂੰ ਕੀ ਕਰ ਗਿਆ? ਸੈਟਿਸਫਾਈ। ਤਾਂ ਇੱਥੇ ਅਗਰ 2x2 ਦੀ ਜਗ੍ਹਾ ਤੇ 3x3 ਵੀ ਹੁੰਦਾ ਤਾਂ ਵੀ ਇਹਨੂੰ ਸੈਟਿਸਫਾਈ ਕਰਦਾ। ਤਾਂ ਕੋਈ ਵੀ ਮੈਟ੍ਰਿਕਸ ਹੈ ਉਹ ਆਪਣੀ ਕਰੈਕਟਰਿਸਟਿਕ ਇਕੁਏਸ਼ਨ ਨੂੰ ਤਾਂ ਸੈਟਿਸਫਾਈ ਕਰੇਗਾ, ਤੇ ਇਹ ਆਪਾਂ ਯਾਦ ਰੱਖ ਸਕਦੇ ਹਾਂ। ਠੀਕ, ਇਸ ਤੋਂ ਬਾਅਦ ਹੈ ਸਾਡੇ ਕੋਲੇ ਇੱਕ ਕੁਐਸਚਨ। A ਮੈਟ੍ਰਿਕਸ ਹੈ। ਠੀਕ ਹੈ, ਇਹਦੀ ਕਰੈਕਟਰਿਸਟਿਕ ਪੋਲੀਨੋਮੀਅਲ ਕੀ ਹੋਏਗੀ? ਸਾਡੇ ਕੋਲ ਚਾਰ ਆਪਸ਼ਨਸ ਨੇ। ਤਾਂ A ਮੈਟ੍ਰਿਕਸ ਦੇ ਕੇ ਉਹਦੀ ਕਰੈਕਟਰਿਸਟਿਕ ਪੋਲੀਨੋਮੀਅਲ ਬਾਰੇ ਪੁੱਛਿਆ ਹੋਇਆ। ਇੱਕ ਤਾਂ ਇਹ ਤਰੀਕਾ ਵੀ ਇਸ ਨੂੰ ਅਸੀਂ ਸੋਲਵ ਕਰ ਲਈ, A - ਲੈਮਡਾ i ਲਾ ਕੇ ਡਿਟਰਮੀਨੇਟ ਸੋਲਵ ਕਰ ਲਈ, ਪੂਰਾ ਲੈਂਥ ਹੀ ਜਾਏਗਾ। ਪਰ ਇਸ ਨੂੰ ਅਸੀਂ ਡਾਇਰੈਕਟ ਕਰਾਂਗੇ। ਠੀਕ ਹੈ, ਤਾਂ ਸਾਨੂੰ ਪਤਾ ਕੋਈ ਵੀ ਕਰੈਕਟਰਿਸਟਿਕ ਅਗਰ ਪੋਲੀਨੋਮੀਅਲ ਹੋਈ 3x3 ਦੀ, ਤਾਂ ਉਸਨੂੰ ਆਪਾਂ ਇਸ ਤਰ੍ਹਾਂ ਲਿਖ ਸਕਦੇ ਹੁੰਦੇ ਹਾਂ, ਲੈਮਡਾ ਕਿਊਬ ਮਾਈਨਸ ਟਰੇਸ ਆਫ A ਲੈਮਡਾ ਸਕੁਅਰ। ਸਿਮਿਲਰ ਆ ਚੀਜ਼, ਤਾਂ ਲੈਮਡਾ ਸਕੁਅਰ ਦਾ ਜੋ ਵੀ ਕੋਐਫੀਸ਼ੀਐਂਟ ਹੋਏਗਾ ਉਹ ਮਾਈਨਸ ਆਫ ਟਰੇਸ ਆਫ A ਹੋਏਗਾ। ਤਾਂ ਟਰੇਸ ਤਾਂ ਅਸੀਂ ਮੈਟ੍ਰਿਕਸ ਦਾ ਨਿਕਾਲ ਹੀ ਸਕਦੇ ਹਾਂ। ਤਾਂ ਦੇਖ ਲੈਂਦੇ ਹਾਂ ਟਰੇਸ ਕੀ ਆਇਆ ਇਹਦਾ। ਟਰੇਸ ਆਫ A = ਆ ਗਿਆ ਸਾਡੇ ਕੋਲੇ 1 + 2 + 4, ਸਮ ਆਫ ਡਾਇਗਨਲ ਐਂਟਰੀਆਂ। ਇਹ ਕਿੰਨਾ ਬਣ ਗਿਆ? 7। ਤਾਂ ਮਤਲਬ ਕਰੈਕਟਰਿਸਟਿਕ ਇਕੁਏਸ਼ਨ ਜੋ ਵੀ ਬਣੇਗੀ ਉਹ ਬਣੇਗੀ ਲੈਮਡਾ ਕਿਊਬ ਮਾਈਨਸ 7 ਲੈਮਡਾ ਸਕੁਅਰ। ਤਾਂ ਅਗਰ ਮੈਂ ਪਹਿਲੇ ਦੋ ਹੀ ਕੋਐਫੀਸ਼ੀਐਂਟ, ਦੋ ਟਰਮਸ ਮਿਲਾਵਾਂ ਇਹਦੀਆਂ, ਤਾਂ ਪਹਿਲੀ ਆਪਸ਼ਨ ਵੀ ਨਹੀਂ ਹੋਏਗੀ ਮੇਰੀ, ਸੈਕੰਡ ਵੀ ਨਹੀਂ ਹੋਏਗੀ, ਇਹਨਾਂ ਦੋਨਾਂ 'ਚ ਹੋਏਗੀ। ਠੀਕ ਹੈ, ਤੇ ਦੇਖੋ ਹੁਣ ਇਹਨੂੰ ਸੋਲਵ ਕਰਨਾ ਥੋੜਾ ਔਖਾ, ਇਸ ਲਈ ਮੈਂ ਡਿਟਰਮੀਨੇਟ ਸੋਲਵ ਕਰ ਲੈਣਾ ਡਾਇਰੈਕਟ। ਅਗਰ ਡਿਟਰਮੀਨੇਟ ਮੈਨੂੰ ਐਂਡ ਵਾਲੀ ਟਰਮ ਪਤਾ ਲੱਗ ਜਾਏਗੀ ਕੀ ਆਏਗੀ, ਤਾਂ ਅਗਰ ਮੈਂ ਇਹਦਾ ਡਿਟਰਮੀਨੇਟ ਸੋਲਵ ਕਰਾਂ, ਕਿਉਂਕਿ ਇਹ ਤਾਂ ਐਂਟਰੀਆਂ ਦੋਨੇ 0 ਨੇ, ਤਾਂ ਅਗਰ 1 ਨਾਲ ਸੋਲਵ ਕਰਾਂ ਤੇ ਬਣ ਜਾਏਗਾ 2 - 1 1 4 1 8 + 1 ਕਿੰਨਾ ਆ ਗਿਆ ਮੇਰੇ ਕੋਲੇ? 9। ਮਤਲਬ ਇੱਥੇ ਡਿਟਰਮੀਨੇਟ ਤੇ ਜਿਹੜੀ ਲਾਸਟ ਟਰਮ ਹੋਏਗੀ ਇਹ ਕਿੰਨੀ ਆਉਣੀ ਚਾਹੀਦੀ ਹੈ? -9। ਤਾਂ ਦੇਖ ਲੈਂਦੇ ਕਿਹੜੀ ਆਪਸ਼ਨ ਦੇ ਵਿੱਚ ਆ। ਇਹ ਸਾਡੀ ਹੈ ਥਰਡ ਆਪਸ਼ਨ ਦੇ ਵਿੱਚ, ਤਾਂ ਫੋਰਥ ਆਪਸ਼ਨ ਕੈਂਸਲ ਹੋ ਗਈ। ਤਾਂ ਇਸ ਤਰ੍ਹਾਂ ਦੇ ਸਮ ਜਦੋਂ ਵੀ ਕਰੈਕਟਰਿਸਟਿਕ ਪੋਲੀਨੋਮੀਅਲ ਨਾਲ ਰਿਲੇਟਡ ਬਣਦੇ ਨੇ ਉਹਨੂੰ ਅਸੀਂ ਇਸ ਤਰ੍ਹਾਂ ਹੀ ਸੋਲਵ ਕਰਦੇ ਹਾਂ। ਅਗਰ ਡਾਇਰੈਕਟ ਸੋਲਵ ਕਰਾਂਗੇ ਇਹ ਤਰੀਕਾ ਲਾ ਕੇ ਤਾਂ ਬਹੁਤ ਲੈਂਥੀ ਜਾਏਗਾ। ਠੀਕ ਹੈ ਗੱਲ। ਇਸ ਤੋਂ ਬਾਅਦ ਹੈ ਅਲਜਬਰਿਕ ਮਲਟੀਪਲਿਸਿਟੀ। ਅਲਜਬਰਿਕ ਮਲਟੀਪਲਿਸਿਟੀ ਕਿਸੇ ਵੀ ਆਈਗਨ ਵੈਲਿਊਜ਼ ਦੀ ਕੀ ਹੁੰਦੀ ਆ? ਨੰਬਰ ਆਫ ਰਿਪੀਟਡ ਆਈਗਨ ਵੈਲਿਊਜ਼। ਠੀਕ ਹੈ, ਜਿਵੇਂ ਮੈਂ ਇੱਕ ਐਗਜ਼ਾਮਪਲ ਨਾਲ ਇਸ ਨੂੰ ਕਰਾਉਣਾ। ਜਿਵੇਂ ਮੇਰੇ ਕੋਲ A ਕੋਈ ਸਕੁਅਰ ਮੈਟ੍ਰਿਕਸ ਹੈ। ਠੀਕ ਹੈ, ਉਸ ਦੀ ਆਈਗਨ ਵੈਲਿਊ ਮੰਨ ਲਓ 1 3 3 ਨੇ। ਤਾਂ ਅਲਜਬਰਿਕ ਮਲਟੀਪਲਿਸਿਟੀ ਆਫ 1, ਠੀਕ ਹੈ, ਕਿੰਨੀ ਹੋਏਗੀ? 1, ਕਿਉਂਕਿ 1 ਕਿੰਨੇ ਟਾਈਮਸ ਆ ਰਿਹਾ? 1 ਟਾਈਮ। ਅਲਜਬਰਿਕ ਮਲਟੀਪਲਿਸਿਟੀ ਆਫ 3, 3 ਕਿੰਨੇ ਟਾਈਮਸ ਆ ਰਿਹਾ? 2। ਤਾਂ ਇਹਦੀ ਅਲਜਬਰਿਕ ਮਲਟੀਪਲਿਸਿਟੀ ਕਿੰਨੀ ਹੋਗੀ? 2। ਅਗਰ ਕੋਈ ਮੈਟ੍ਰਿਕਸ ਹੈ ਉਹਦੇ ਵਿੱਚ 3 3 3 3 ਟਾਈਮਸ ਆ ਰਿਹਾ। ਠੀਕ ਹੈ, ਤਾਂ ਅਲਜਬਰਿਕ ਮਲਟੀਪਲਿਸਿਟੀ ਆਫ 3 ਕਿੰਨੀ ਹੋਗੀ? ਠੀਕ ਹੈ, ਮਤਲਬ ਕੋਈ ਆਈਗਨ ਵੈਲਿਊ ਕਿੰਨੇ ਟਾਈਮਸ ਆ ਰਹੀ ਹੈ ਉਸ ਦੀ ਕੀ ਹੈ? ਅਲਜਬਰਿਕ ਮਲਟੀਪਲਿਸਿਟੀ। ਸਿਮਿਲਰ ਜਿਓਮੈਟ੍ਰਿਕ ਮਲਟੀਪਲਿਸਿਟੀ ਹੈ। ਇਹ ਕੀ ਹੁੰਦੀ ਹੈ? ਨੰਬਰ ਆਫ ਲੀਨੀਅਰਲੀ ਇੰਡੀਪੈਂਡੈਂਟ ਆਈਗਨ ਵੈਕਟਰਸ ਕਰੋਸਪੋਂਡਿੰਗ ਟੂ ਆਈਗਨ ਵੈਲਿਊ ਲੈਮਡਾ। ਉਹ ਕੀ ਹੁੰਦੀ ਹੈ ਸਾਡੇ ਕੋਲੇ? ਜਿਓਮੈਟ੍ਰਿਕ ਮਲਟੀਪਲਿਸਿਟੀ। ਇਸ ਨੂੰ ਅਸੀਂ ਇਸ ਤਰ੍ਹਾਂ ਸਮਝ ਲੈਂਦੇ ਹਾਂ। ਮੰਨ ਲਓ A ਕੋਈ ਸਕੁਅਰ ਮੈਟ੍ਰਿਕਸ ਹੈ, ਉਸ ਦੀਆਂ ਆਈਗਨ ਵੈਲਿਊ ਹੈਗੀਆਂ ਨੇ 1 2 3। ਤਾਂ 1 ਦੇ ਕਰੋਸਪੋਂਡਿੰਗ ਕੋਈ ਨਾ ਕੋਈ ਸਾਡੇ ਕੋਲ ਆਈਗਨ ਵੈਕਟਰ ਹੋਏਗਾ। ਮੰਨ ਲਓ ਮੈਂ ਵੈਸੇ ਐਗਜ਼ਾਮਪਲ ਲੈ ਰਿਹਾ 1 2 3। ਸਿਮਿਲਰ 2 ਦੇ ਕਰੋਸਪੋਂਡਿੰਗ ਕੋਈ ਸਾਡੇ ਕੋਲੇ ਆਈਗਨ ਵੈਕਟਰ ਹੋਏਗਾ 2 3 4।
ਸਿਮਿਲਰ 3 ਦੇ ਕਰੋਸਪੋਂਡਿੰਗ ਮੈਂ ਆਈਗਨ ਵੈਕਟਰ ਲੈ ਲਿਆ 4 5 6 ਠੀਕ ਹੈ। ਤਾਂ ਅਗਰ ਇਹ ਇਸ ਵੈਲਿਊ ਦੇ ਕਰੋਸਪੋਂਡਿੰਗ ਆਈਗਨ ਵੈਕਟਰ ਹੈ, ਇੱਕ ਗੱਲ ਧਿਆਨ 'ਚ ਰੱਖੋ ਵੀ ਕਿਸੇ ਵੈਲਿਊ ਦੇ ਕਰੋਸਪੋਂਡਿੰਗ ਇਨਫਾਈਨਾਈਟਲੀ ਮੈਨੀ ਆਈਗਨ ਵੈਕਟਰਸ ਹੋ ਸਕਦੇ ਨੇ। ਜਿਵੇਂ ਮੰਨ ਲਓ 1 ਦੇ ਕਰੋਸਪੋਂਡਿੰਗ ਇਹ ਆਈਗਨ ਵੈਕਟਰ ਹੈ, ਤਾਂ ਅਗਰ ਇਹਦੀ ਕਿਸੇ ਕੌਨਸਟੈਂਟ ਨਾਲ ਮਲਟੀਪਲਾਈ ਕਰ ਦੂੰਗਾ ਉਹ ਵੀ ਆਈਗਨ ਵੈਕਟਰ ਹੋਏਗਾ। ਮੰਨ ਲਓ ਮੈਂ ਇਹਦੀ 2 ਨਾਲ ਮਲਟੀਪਲਾਈ ਕਰਦੇ ਹਾਂ, 2 4 6 ਬਣ ਜਾਏਗਾ। ਬਣਿਆ ਤਾਂ ਇਹ ਤੋਂ ਹੀ ਹੈ ਨਾ 2 ਨਾਲ ਮਲਟੀਪਲਾਈ ਕਰਕੇ। ਅਗਰ ਮੈਂ ਇਹਦੀ 3 ਨਾਲ ਮਲਟੀਪਲਾਈ ਕਰਦੇ ਹਾਂ ਤਾਂ ਇਹ ਹੋਰ ਮੈਟ੍ਰਿਕਸ ਬਣ ਜਾਏਗਾ 3 6 9। ਤਾਂ ਇਸ ਤਰ੍ਹਾਂ ਅਸੀਂ ਇਨਫਾਈਨਾਈਟਲੀ ਮੈਨੀ ਆਈਗਨ ਵੈਕਟਰਸ ਬਣਾ ਸਕਦੇ ਹਾਂ ਇੱਕ ਵੈਲਿਊ ਦੇ ਕਰੋਸਪੋਂਡਿੰਗ। ਬਟ ਇੱਕ ਆਈਗਨ ਵੈਕਟਰ ਦੀ ਬਣਿਆ ਨਾ ਸਾਰੇ ਇਹ, ਤਾਂ ਇਹਦੇ ਵਿੱਚ ਇੱਕ ਲੀਨੀਅਰਲੀ ਇੰਡੀਪੈਂਡੈਂਟ ਆਈਗਨ ਵੈਕਟਰ ਹੈ। ਤਾਂ ਇਸ ਵੈਲਿਊ ਦੇ ਕਰੋਸਪੋਂਡਿੰਗ ਕਿੰਨੇ ਲੀਨੀਅਰਲੀ ਇੰਡੀਪੈਂਡੈਂਟ ਆਈਗਨ ਵੈਕਟਰ ਨੇ 1। ਤੇ ਇਹਦੀ ਜੀਐਮ ਕਰਨੀ ਹੈ, ਜਿਓਮੈਟ੍ਰਿਕ ਮਲਟੀਪਲਿਸਿਟੀ ਕਰਨੀ ਹੈ 1, ਠੀਕ ਹੈ। ਸਿਮਿਲਰ ਇਹਦੇ ਕਰੋਸਪੋਂਡਿੰਗ ਅਸੀਂ ਕਿੰਨੇ ਬਣਾ ਸਕਦੇ ਹਾਂ ਇਨਫਾਈਨਾਈਟਲੀ ਮੈਨੀ, ਇਹਦੇ ਕਰੋਸਪੋਂਡਿੰਗ ਕਿੰਨੇ ਬਣਾ ਸਕਦੇ ਹਾਂ। ਮਤਲਬ ਅਗਰ ਕਿਸੇ ਸਕੁਅਰ ਮੈਟ੍ਰਿਕਸ ਦੀਆਂ ਆਈਗਨ ਵੈਲਿਊ ਡਿਸਟਿੰਕਟ ਨੇ, ਠੀਕ ਹੈ, ਤਾਂ ਉਹਦੇ ਕਰੋਸਪੋਂਡਿੰਗ ਉਨੇ ਆਈਗਨ ਵੈਕਟਰਸ ਉਸ 'ਤੇ ਐਗਜ਼ਿਸਟ ਕਰਨਗੇ। ਇਸ ਨੂੰ ਅਸੀਂ ਹੋਰ ਇੱਕ ਐਗਜ਼ਾਮਪਲ ਨਾਲ ਸਮਝ ਲੈਂਦੇ ਹਾਂ। ਮੰਨ ਲਓ ਇਹ ਆਪਣੇ ਕੋਲੇ ਕੋਈ ਸਕੁਅਰ ਮੈਟ੍ਰਿਕਸ ਹੈ, ਤਾਂ ਉਸ ਦੀ ਆਈਗਨ ਵੈਲਿਊ ਮੰਨ ਲਓ 2 2 4 ਹੈ, ਠੀਕ ਹੈ। ਤਾਂ 2 ਦੇ ਕਰੋਸਪੋਂਡਿੰਗ ਹੁਣ 2 ਦੋ ਵਾਰੀ ਆ ਗਿਆ, ਠੀਕ ਹੈ। ਹੋ ਸਕਦਾ ਇਹਦੇ ਕਰੋਸਪੋਂਡਿੰਗ ਦੋ ਅਲੱਗ-ਅਲੱਗ ਆਈਗਨ ਵੈਕਟਰ ਮਿਲਣ। ਮੰਨ ਲਓ ਇੱਕ 1 2 4 ਮਿਲ ਗਿਆ, ਇੱਕ ਮੰਨ ਲਓ 2 3 4 ਮਿਲ ਗਿਆ। ਤਾਂ ਦੋ ਅਲੱਗ-ਅਲੱਗ ਆਈਗਨ ਵੈਕਟਰ ਮਿਲਣ, ਇੱਕ ਦੂਜੇ ਤੋਂ ਬਣ ਵੀ ਨਹੀਂ ਰਹੇ। ਤਾਂ ਇੱਥੇ ਜਿਓਮੈਟ੍ਰਿਕ ਮਲਟੀਪਲਿਸਿਟੀ ਕਰਨੀ ਹੋਗੀ, ਜਿਓਮੈਟ੍ਰਿਕ ਮਲਟੀਪਲਿਸਿਟੀ ਆਫ 2 ਕਰਨੀ ਹੋਗੀ 2। ਬਟ ਮੰਨ ਲਓ ਇਸ ਦੇ ਕਰੋਸਪੋਂਡਿੰਗ ਸਿਰਫ ਆਪਾਂ ਨੂੰ ਇੱਕ ਆਈਗਨ ਵੈਕਟਰ ਮਿਲਦਾ। ਮੰਨ ਲਓ ਇੱਕ ਆਈਗਨ ਵੈਕਟਰ ਹੀ ਮਿਲਦਾ 1 2 3। ਬਾਕੀ ਵੈਸੇ ਤਾਂ ਅਸੀਂ ਕਿੰਨੇ ਵੀ ਬਣਾ ਸਕਦੇ ਹਾਂ ਕਿਸੇ ਨਾਲ ਮਲਟੀਪਲਾਈ ਕਰਕੇ। ਤਾਂ ਦੋਨੇ ਵੈਲਿਊ ਦੇ ਕਰੋਸਪੋਂਡਿੰਗ ਤਾਂ ਇੱਕ ਆਈਗਨ ਵੈਕਟਰ ਮਿਲਿਆ ਨਾ, ਤਾਂ ਇਹਦੀ ਜੀਐਮ ਕਰਨੀ ਹੋਗੀ, ਜੀਐਮ ਆਫ 2 ਕਰਨੀ ਹੋਗੀ 1। ਮਤਲਬ ਅਗਰ ਕੋਈ ਆਈਗਨ ਵੈਲਿਊ ਇੱਕ ਵਾਰੀ ਆ ਰਹੀ ਹੈ ਤਾਂ ਇੱਕ ਆਈਗਨ ਵੈਕਟਰ ਤਾਂ ਪੱਕਾ ਹੋਏਗਾ, ਠੀਕ ਹੈ। ਬਟ ਉਸ ਤੋਂ ਜਿੰਨੀ ਆਈਗਨ ਵੈਲਿਊਜ਼ ਆ ਰਹੀਆਂ ਨੇ ਉਸ ਤੋਂ ਜ਼ਿਆਦਾ ਨਹੀਂ ਹੋਏਗਾ। ਤਾਂ ਜਿਓਮੈਟ੍ਰਿਕ ਮਲਟੀਪਲਿਸਿਟੀ ਦਾ ਇੱਕ ਰਿਜ਼ਲਟ ਹੁੰਦਾ 1 ਲੈਸ ਦੈਨ ਇਕੁਅਲ ਟੂ ਜੀਐਮ ਲੈਸ ਦੈਨ ਇਕੁਅਲ ਟੂ ਏਐਮ। ਮਤਲਬ ਅਲਜਬਰਿਕ ਮਲਟੀਪਲਿਸਿਟੀ ਤੋਂ ਛੋਟਾ ਹੁੰਦਾ ਤੇ 1 ਜਾਂ 1 ਤੋਂ ਵੱਡਾ ਹੁੰਦਾ। ਮਤਲਬ ਹਰ ਇੱਕ ਵੈਲਿਊ ਦੇ ਕਰੋਸਪੋਂਡਿੰਗ ਇੱਕ ਆਈਗਨ ਵੈਕਟਰ ਤਾਂ ਪੱਕਾ ਐਗਜ਼ਿਸਟ ਕਰੇਗਾ। ਤੇ ਇਹ ਸੀ ਸਾਡਾ ਜਿਓਮੈਟ੍ਰਿਕ ਮਲਟੀਪਲਿਸਿਟੀ ਨਾਲ ਰਿਲੇਟਡ ਕਨਸੈਪਟ। ਇਸ ਤੋਂ ਬਾਅਦ ਅਸੀਂ ਡਿਸਕਸ ਕਰ ਲੈਂਦੇ ਹਾਂ ਵੀ ਆਈਗਨ ਵੈਕਟਰ ਨਾਲ ਕਿਸ ਤਰ੍ਹਾਂ ਦਾ ਸਮ ਬਣ ਸਕਦਾ, ਠੀਕ ਹੈ। ਜਿਵੇਂ ਇਹ ਆਈਗਨ ਵੈਕਟਰ ਹੈ ਮੇਰੇ ਕੋਲ, ਠੀਕ ਹੈ। ਮੈਂ ਚੈੱਕ ਕਰਨਾ ਵੀ ਇਸ ਦੇ ਕਰੋਸਪੋਂਡਿੰਗ ਜੇ ਆਈਗਨ ਵੈਕਟਰ ਹੈ, ਇਸ ਦੇ ਕਰੋਸਪੋਂਡਿੰਗ ਕਿਹੜੀ ਆਈਗਨ ਵੈਲਿਊ ਹੋਏਗੀ। ਤਾਂ ਮੇਰੇ ਕੋਲ ਕੀ ਹੋਏਗਾ, ਮੈਨੂੰ ਪਤਾ ਏ ਐਕਸ ਕਿਹਦੇ ਇਕੁਅਲ ਹੁੰਦਾ, ਲੈਮਡਾ ਐਕਸ ਦੇ। ਤਾਂ ਇਹ ਤਾਂ ਮੇਰੇ ਕੋਲ ਹੈਗਾ ਹੀ ਹੈ ਗਿਵਨ ਮੈਟ੍ਰਿਕਸ 1 2 1 6 2 -4 3 8 -7। ਤੇ ਐਕਸ ਮੇਰੇ ਕੋਲ ਆਈਗਨ ਵੈਕਟਰ ਦਿੱਤੇ ਹੋਏ ਆ 1 1 1। ਤੇ ਲੈਮਡਾ ਵੀ ਮੈਂ ਪਤਾ ਕਰਨਾ, ਲੈਮਡਾ ਮੇਰੇ ਕੋਲ ਪਤਾ ਨਹੀਂ ਹੈ, ਐਕਸ ਵੀ ਪਤਾ 1 1, ਠੀਕ ਹੈ। ਤਾਂ ਇਹਨੂੰ ਮੈਂ ਅਗਰ ਮਲਟੀਪਲਾਈ ਕਰਾਂ ਇਹ ਬਣ ਜਾਏਗਾ 1 + 2 + 1। ਸਿਮਿਲਰ ਅਗਲੇ ਨੇ ਕਰਾਂ 6 + 2 -4 3 + 8 -7 ਇਕੁਅਲ ਟੂ ਲੈਮਡਾ ਲੈਮਡਾ, ਠੀਕ ਹੈ। ਤਾਂ ਹੁਣ ਅਗਰ ਮੈਂ ਦੋਨਾਂ ਪਾਸੇ ਕੰਪੇਅਰ ਕਰਾਂ ਤਾਂ ਲੈਮਡਾ ਦੀ ਵੈਲੂ ਇਹ ਆ ਜਾਏਗੀ। ਇਹਨੂੰ ਮੈਂ ਸੋਲਵ ਕਰਾਂ ਤੇ ਆ ਜਾਏਗਾ ਲੈਮਡਾ ਇਕੁਅਲ ਟੂ 4। ਇਹ ਦੀ ਵੈਲੂ ਕਿੰਨੀ ਆ ਗਈ, ਆਈਗਨ ਵੈਲੂ ਸਾਡੇ ਕੋਲੇ 4 ਆ ਗਈ, ਠੀਕ ਹੈ। ਤੇ ਇਸ ਤਰ੍ਹਾਂ ਵੀ ਅਸੀਂ ਆਈਗਨ ਵੈਕਟਰ ਦਾ ਕਨਸੈਪਟ ਇਸ ਤਰ੍ਹਾਂ ਹੀ ਆਏਗਾ ਜੀ, ਠੀਕ ਹੈ। ਤਾਂ ਇਸ ਦੇ ਵਿੱਚ ਨਾਲ ਹੀ ਇੱਕ ਹੋਰ ਥੋੜਾ ਜਿਹਾ ਕਨਸੈਪਟ ਇਹਦੇ ਵਿੱਚ ਹੈ। ਦੇਖੋ ਇਸ ਮੈਟ੍ਰਿਕਸ ਨੂੰ ਅਗਰ ਆਪਾਂ ਦੇਖੀਏ 6 2 -4 3 8 -7। ਅਗਰ ਮੈਂ ਰੋ ਦੇ ਸਾਰੇ ਐਲੀਮੈਂਟਾਂ ਦਾ ਸਮ ਕਰਾਂ 1 + 2 + 1 ਇਹ ਕਿੰਨਾ ਬਣ ਗਿਆ 4। 6 + 2 8 8 -4 ਕਿੰਨਾ ਬਣ ਗਿਆ 4। ਇਹ ਵੀ ਕਿੰਨਾ ਬਣ ਗਿਆ 4। ਅਗਰ ਕਿਸੇ ਰੋਜ਼ ਦੇ ਸਾਰੇ ਐਲੀਮੈਂਟ ਦਾ ਸਮ ਸੇਮ ਹੋਵੇ ਤਾਂ ਉਹ ਆਈਗਨ ਵੈਲੂ ਜਿੰਨਾ ਸਮ ਆਵੇ ਤਾਂ ਉਹ ਵੀ ਇੱਕ ਆਈਗਨ ਵੈਲੂ ਬਣ ਜਾਂਦੀ ਹੈ। ਮਤਲਬ 4 ਵੀ ਇਹਦੀ ਆਈਗਨ ਵੈਲੂ ਪੱਕਾ ਹੋਏਗੀ, ਠੀਕ ਹੈ। ਕਿਸੇ ਮੈਟ੍ਰਿਕਸ ਦੇ ਸਾਰੇ ਐਲੀਮੈਂਟਾਂ ਦਾ ਸਮ ਅਗਰ ਸੇਮ ਬਣਦਾ ਹੋਵੇ ਤਾਂ ਉਹ ਜਿਹੜਾ ਸਮ ਬਣ ਰਿਹਾ ਹੁੰਦਾ ਉਹ ਵੀ ਇੱਕ ਮੈਟ੍ਰਿਕਸ ਦੀ ਆਈਗਨ ਵੈਲੂ ਹੁੰਦੀ। ਸੋ ਫਰੈਂਡਸ ਅੱਜ ਦੀ ਵੀਡੀਓ ਲਈ ਇੰਨਾ ਹੀ। ਅਗਰ ਤੁਸੀਂ ਚਾਹੁੰਦੇ ਹੋ ਕਿਸੇ ਹੋਰ ਟੌਪਿਕ 'ਤੇ ਵੀਡੀਓ ਬਣਾਈ ਜਾਵੇ ਤਾਂ ਤੁਸੀਂ ਮੈਸੇਜ ਕਰ ਸਕਦੇ ਹੋ। ਥੈਂਕ ਯੂ।